श्री नानक अंगद गुरु अमरदास पद बंद। रामदास अर्जन गुरु बार श्री हर गोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है माणक भगत बराग। श्री गुरु ग्रंथ साहिब उदद बंदो कर अनुराग। श्री गुरु शब्द कमाए जिन जीते पंच विकार। तिन संतन को बंदना सिर चरणन पर एक अंकार सतगुरु ते प्रसाद सच होए। वाहिगुरु जी की फतेह विघ्न विनाशन सोए। एक अंकार सतगुरु ते प्रसाद सच होए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा सगरी निसमह सिख मिलै। शब्द अनिक विद गाए। ताल मृदंग रबाब ते सतगुर भले रिझाए। सगरी निसमह सिख मिलै। वाहिगुरु जी का खालसा वाहिगुरु जी की फतेह। पतित पावन भगत वत्सल कृपा निधान जुगो जुग अटल। प्रगट गुरां की देह प्रतख हर। धन धन सतगुरु श्री गुरु ग्रंथ साहिब महाराज जी दी परम पवित्र सत संगत हजूरी दे अंदर। नामे पातशाह धर्म रखियक शहीद सतगुरु श्री गुरु तेग बहादुर साहिब महाराज जी दे परम पवित्र बंदगी अस्थान गुरुद्वारा श्री भोरा साहिब जी विखे पिछले पैर दे समय दे सजे हुए दीवाना च हाजरियां भर रहे दर्शन दीदारे कर रहे गुरु प्यारी खालसा साध संगत जी। सतगुरु साहिब जी ने बख्शिश कृपालता करके सानू सत संगत दियां घड़ियां बख्शियां हन। अमृतमय गुरबाणी दे कीर्तन दे प्रवाह सवेर तो ही चल रहे ने। तुर की बाणी का कीर्तन सुन सुना के हाजरियां भरियां ने। समा होया है लड़ीवार गुर इतिहास की कथा विचार दा। आओ सतगुरां दे पवित्र इतिहास नूं सुन सुना के अपना जीवन सफल बनाइए। कल आप जी ने इत्थों तिकर प्रसंग सरवण कीते इतिहास दे भी सतगुरु महाराज साहिब जी पटने तो चल के कांछी पहुँचे हन। राह विच सिख संगतां नूं निहाल करदे आए ने। कांछी आके सतगुरां ने डेरा कीता। 10 दिन इत्थे सतगुरां ने सिख संगतां दा उद्धार कीता। जौनपुर दियां संगतां भी आके महाराज साहिब जी दे पावन चरण परसदियां रहियां। शब्द कीर्तन होंदा रहा। फिर कहण लगे महाराज हुण नगर दे विच शहर दे विच आप चरण पाओ। इत्थे ही साध संगत जी कुछ ब्राह्मण गुरु गोबिंद सिंह महाराज दे कोल आके कहण लगे भी तुहाडे पिता जी जदों आए सी उन्हां तां सानूं दान दित्ता सी, तुसीं भी कुछ दओ महाराज।
ਸਾਡੀ ਆਸ ਹੁੰਦੀ, ਅਸੀਂ ਤਾਂ ਉਡੀਕਦੇ ਰਹਿੰਦੇ ਹਾਂ ਵੀ ਕਦੋਂ ਕੋਈ ਗੁਰੂ ਬੰਸ ਵਾਲਾ ਆਵੇ, ਕਿਉਂਕਿ ਜੋ ਤੁਸੀਂ ਦਿੰਦੇ ਹੋਰ ਕੋਈ ਨਹੀਂ ਦਿੰਦਾ। ਮਹਾਰਾਜ ਹੱਸ ਪਏ ਵੀ ਇਹਨਾਂ ਦੀ ਭੁੱਖ ਨਹੀਂ ਜਾਂਦੀ, ਭਾਵੇਂ ਏਡੇ ਏਡੇ ਵਿਦਵਾਨ ਹਨ, ਮੰਗਤੇ ਬਣੇ ਫਿਰਦੇ ਨੇ ਪੜ੍ਹ ਲਿਖ ਕੇ ਵੀ। ਫਿਰ ਮਹਾਰਾਜ ਕਹਿਣ ਲੱਗੇ ਵੀ ਚਾਹੀਦਾ ਕੀ ਹੈ? ਕਹਿੰਦੇ ਵੀ ਜਾ ਮਹਾਰਾਜ ਚਾਹੀਦਾ ਕੀ, ਸਾਰਾ ਕੁਝ ਹੀ ਦੇ ਦਿਓ, ਜੋ ਤੁਹਾਡੇ ਕੋਲ ਹੈਗਾ ਸਰਬੰਸੀ ਦਾਨ ਕਰ ਦਿਓ। ਇਹਨਾਂ ਦੀ ਭੁੱਖ ਨਿਕਲੀ ਨਹੀਂ। ਮਹਾਰਾਜ ਸਾਹਿਬ ਕੋ ਜਿੰਨੀ ਮਾਇਆ, ਜੋ ਕੋਈ ਪਾਲਕੀਆਂ, ਸਾਰਾ ਕੁਝ ਦੇ ਦਿੱਤਾ। ਸੰਗਤ ਨੂੰ ਪਤਾ ਲੱਗਾ, ਉਹਨਾਂ ਨੇ ਛੇਤੀ ਦੇ ਨਾਲ ਮਹਾਰਾਜ ਦੇ ਲਈ ਬਸਤਰ ਲਿਆਂਦੇ, ਦਰਜੀ ਲਾ ਕੇ ਪੁਸ਼ਾਕਾਂ ਝਾਟੀ ਸਲਾ ਦਿੱਤੀਆਂ, ਪਾਲਕੀ ਹੋਰ ਸਾਜੋ ਸਮਾਨ ਸਾਰਾ ਨਵਾਂ ਬਣਾ ਕੇ ਕਾਂਸੀ ਦੀ ਸੰਗਤ ਨੇ ਗੁਰਾਂ ਨੂੰ ਭੇਟ ਕੀਤਾ। ਨਵੇਂ ਸਮਾਨ 'ਤੇ ਸਵਾਰ ਹੋ ਕੇ ਬੇੜੀ ਦੇ ਰਾਹੀਂ ਗੰਗਾ ਪਾਰ ਕਰਕੇ ਕਾਂਚੀ ਸ਼ਹਿਰ ਦੇ ਵਿੱਚ ਪ੍ਰਵੇਸ਼ ਕੀਤਾ। ਗਲੀਆਂ ਬਾਜ਼ਾਰਾਂ 'ਚੋਂ ਜਿੱਧਰੋਂ ਮਹਾਰਾਜ ਆ ਰਹੇ ਨੇ, ਦਰਸ਼ਨ ਦਿਦਾਰੇ ਕਰਕੇ ਨਗਰ ਦੇ ਲੋਕ ਬਹੁਤ ਖੁਸ਼ ਪ੍ਰਸੰਨ ਹੋ ਰਹੇ ਨੇ। ਕਈ ਸ਼ਰਧਾ ਵਾਲੇ ਸਿੱਖ ਨੇ, ਕੋਈ ਵੇਖਣ ਵਾਸਤੇ ਹੀ ਵੀ ਮਹਾਰਾਜ ਸਾਹਿਬ ਜੀ ਆ ਰਹੇ ਨੇ, ਵੇਖੀਏ ਕਿਹੋ ਜਿਹੇ ਹਨ। ਬਾਲ ਸਤਿਗੁਰਾਂ ਦੇ ਦਰਸ਼ਨ ਕਰਕੇ ਬੜੇ ਆਨੰਦਿਤ ਹੋ ਰਹੇ ਨੇ। ਕੋਠਿਆਂ ਦੇ ਕੰਧਾਂ ਦੇ ਉੱਤੇ ਬੈਠੇ ਹੋਏ ਵੇਖ ਰਹੇ ਨੇ। ਦਰਸ਼ਨ ਦਿੰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਨੇ ਬਾਗ ਵਿੱਚ ਉਤਾਰਾ ਕੀਤਾ, ਜਿੱਥੇ ਬਾਗ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਟਿਕੇ ਸਨ। ਭੋਜਨ ਪ੍ਰਸ਼ਾਦਾ ਛਕਿਆ ਹੈ ਤੇ ਗਰੀਬ ਨਵਾਜ਼ ਸਾਹਿਬ ਜੀ ਇੱਥੇ ਹੀ ਟਿਕਾਓ ਕੀਤਾ ਏ। ਤੇ ਰਾਤ ਦਾ ਸਮਾਂ ਬਤੀਤ ਹੋਇਆ। ਸਵੇਰ ਹੋਈ ਤੋਂ ਫਿਰ ਤਿਆਰੀ ਕੀਤੀ ਹੈ ਵੀ ਕਾਂਸ਼ੀ ਤੋਂ ਹੁਣ ਅੱਗੇ ਨੂੰ ਚੱਲੀਏ। ਇੱਕ ਰਾਤ ਸ਼ਹਿਰ ਦੇ ਵਿੱਚ ਮਹਾਰਾਜ ਨੇ ਬਤੀਤ ਕੀਤੀ ਹੈ। 10 ਕੁ ਦਿਨ ਗੰਗਾ ਤੋਂ ਪਾਰ ਬਾਹਰ ਰਹੇ ਨੇ। ਹੁਣ ਇੱਦਾਂ ਚਲਦਿਆਂ ਚਲਾਉਂਦਿਆਂ ਜਿਵੇਂ ਆਪਣੇ ਨਾਨਕੇ ਨਗਰ ਲਖਨੌਰ ਪਹੁੰਚਦੇ ਹਨ, ਅਯੁੱਧਿਆਪੁਰੀ ਦੇ ਵਿੱਚੋਂ ਹੋ ਕੇ ਹਰਿਦੁਆਰ ਸਾਣੀ। ਇਹ ਕਥਾ ਆਪਾਂ ਦਸਮ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਸਰਵਣ ਕਰਾਂਗੇ। ਆਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਸਮ ਪਾਤਸ਼ਾਹ ਬਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਕਮਲਾਂ ਦਾ ਧਰੋ ਧਿਆਨ। ਰਸਨਾ ਕਰੋ ਪਵਿੱਤਰ ਸਾਰੀ ਸੰਗਤ ਹੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਗਰੀ ਨਿਸਮਹਿ ਸਿੱਖ ਮਿਲੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕਾਂਸ਼ੀ 'ਚ ਉਤਾਰਾ ਕੀਤਾ ਸਾਹਿਬਾਂ ਨੇ, ਤੇ ਸਾਰੀ ਰਾਤ ਕਾਂਸ਼ੀ ਦੇ ਸਿੱਖ ਆ ਕੇ ਗੁਰਾਂ ਨਾਲ ਮੇਲ ਮਿਲਾਪ ਕਰਦੇ ਰਹੇ। ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਦੇ ਰਹੇ ਸ਼ਬਦ ਅਨੇਕ ਬਿਦ ਗਾਏ। ਤੇ ਅਨੇਕਾਂ ਵਿਧੀਆਂ ਦੇ ਨਾਲ ਸਤਿਗੁਰੂ ਦੀ ਪਵਿੱਤਰ ਗੁਰਬਾਣੀ ਦੇ ਸ਼ਬਦ ਗਾਉਂਦੇ ਕੀਰਤਨ ਹੁੰਦਾ ਰਿਹਾ। ਤਾਲ ਮਿਰਦੰਗਰ ਬਾਬਤੇ। ਤਾਲ ਹੁੰਦੇ ਵੀ ਛੈਣੇ ਜੇ ਟੱਲੀਆਂ ਖੜਕਾ ਖੜਕਾ ਕੇ, ਮ੍ਰਿਦੰਗ ਚਮੜੇ ਨਾਲ ਮੜੇ ਹੋਏ ਮ੍ਰਿਦੰਗ ਵਜਾ ਕੇ, ਢੋਲਕ ਆਦਿਕ ਤੇ ਰਬਾਬ, ਤਾਰ ਵਾਲੀ ਰਬਾਬ ਆਦਿਕ, ਇਸ ਤਰ੍ਹਾਂ ਦੇ ਸਾਜ਼ਾਂ ਨੂੰ ਵਜਾ ਕੇ ਸਤਿਗੁਰ ਭਲੇ ਰਿਝਾਏ। ਆ ਭਲੇ ਤਰ੍ਹਾਂ ਕੀਰਤਨ ਕਰਦੇ ਹੋਏ ਨੇ। ਕੋਈ ਢੋਲਕੀਆਂ ਛੈਣੇ ਵਜਾ ਰਿਹਾ ਹੈ, ਕੋਈ ਰਬਾਬ ਨਾਲ ਸ਼ਬਦ ਪੜ੍ਹ ਰਿਹਾ। ਚਾਹੁੰਦੇ ਸਾਰੇ ਇਹੀ ਹੈ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਬਾਲ ਸਰੂਪ 'ਚ ਨੇ, ਤਿਨਾਂ ਨੂੰ ਅਸੀਂ ਰਿਝਾ ਲਈਏ, ਖੁਸ਼ ਪ੍ਰਸੰਨ ਕਰ ਲਈਏ, ਗੁਰਾਂ ਦੀ ਖੁਸ਼ੀ ਲੈਣਾ ਚਾਹੁੰਦੇ ਹਨ। ਚੌਪਾਈ ਪ੍ਰਾਤ ਭਈ ਗੁਰ ਕੀਨ ਇਸ਼ਨਾਨੇ। ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਸਾਹਿਬ ਦੇ ਸਮੇਤ ਸਾਰੇ ਸਿੱਖ ਪਰਿਵਾਰ ਮਹਾਰਾਜ ਦਾ ਜਾਗੇ ਹੈ। ਸਤਿਗੁਰਾਂ ਨੇ ਇਸ਼ਨਾਨ ਕੀਤਾ। ਸਿੱਖਿਆਨ ਚਰਨ ਪਖਾਰਨ ਠਾਨੇ। ਜਿਹੜੇ ਗੁਰਸਿੱਖ ਸ਼ਹਿਰ ਦੇ ਕਾਂਸ਼ੀ ਦੇ ਰਹਿਣ ਵਾਲੇ ਸਨ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਧੋ ਕਰਕੇ ਚਰਨਾ ਅੰਮ੍ਰਿਤ ਲਿਆ, ਅੰਮ੍ਰਿਤ ਛਕਿਆ। ਚਰਨੋਂ ਦਕ ਲੈ ਨਿਜ ਨਿਜ ਧਾਮੋ। ਸਾਰੇ ਹੀ ਚਰਨੋਂ ਦਕ ਲੈ, ਚਰਨਾ ਅੰਮ੍ਰਿਤ ਲੈ ਕੇ ਫਿਰ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ, ਖੰਡੇ ਦੀ ਪਹੁਲ ਦੀ ਮਰਿਆਦਾ ਆਰੰਭ ਕੀਤੀ ਦਸਮ ਪਾਤਸ਼ਾਹ ਨੇ। ਪਹਿਲਾਂ 1699 ਤੀਕਰ ਚਰਨਾ ਅੰਮ੍ਰਿਤ ਦੀ ਮਰਿਆਦਾ ਹੀ ਚੱਲਦੀ ਰਹੀ। 1469 ਤੋਂ ਲੈ ਕਰਕੇ
ਗਰੀਬ ਨਿਵਾਸ ਸਤਿਗੁਰਾਂ ਦੇ ਚਰਨ ਧੋ ਕੇ ਉਹ ਚਰਣਾ ਅੰਮ੍ਰਿਤ ਆਪੋ ਆਪਣੇ ਘਰਾਂ ਨੂੰ ਲੈ ਕੇ ਸਿੱਖ ਸੇਵਕ ਚਲੇ ਗਏ। ਆਨ ਕਰਿਓ ਲੈ ਸ਼੍ਰੀ ਪ੍ਰਭ ਨਾਮੋ, ਤੇ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆ ਚਰਣਾ ਅੰਮ੍ਰਿਤ ਛਕ ਲਿਆ। ਸਭ ਥਲ ਮਹਿ ਸਿਰ ਕਾਵਨ ਕਰਿਓ, ਤੇ ਆਪਣੇ ਘਰ ਦੇ ਵਿੱਚ ਵੀ ਇਹ ਭਾਵਨਾ ਲੈ ਕੇ ਵੀ ਇਹਨਾਂ ਚਰਨਾਂ ਦੇ ਨਾਲ ਸਤਿਗੁਰੂ ਵਾਹਿਗੁਰੂ ਇਸ ਜਲ ਦੇ ਨਾਲ ਮਹਾਰਾਜ ਦੇ ਚਰਨ ਧੋਤੇ ਨੇ, ਇਹ ਜਲ ਪਵਿੱਤਰ ਹੋ ਗਿਆ ਹੈ। ਆਪ ਵੀ ਛਕਿਆ ਏ ਤੇ ਘਰ ਦੇ ਵਿੱਚ ਵੀ ਸਾਰੇ ਜਲ ਦਾ ਛਿੜਕਾਅ ਕੀਤਾ ਕਿ ਗੁਰੂ ਸਾਹਿਬ ਦੇ ਮਾਨੋ ਵੀ ਚਰਨ ਹੀ ਪੈ ਗਏ। ਸਹਿਤ ਕੁਟੰਬ ਸਿੱਖ ਗਨ ਤਰਿਓ, ਪਰਿਵਾਰਾਂ ਦੇ ਸਮੇਤ ਬਹੁਤ ਹੀ ਕਾਂਸੀ ਦੇ ਸਿੱਖ ਤਰ ਗਏ। ਭਾਈ ਗੁਰਦਾਸ ਜੀ ਨੇ ਕਾਂਸੀ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਸੀ। ਭਾਵੇਂ ਆਏ ਇੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵੀ ਹਨ ਕਾਂਸੀ ਦੇ ਵਿੱਚ, ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਪਏ। ਹੁਣ ਗੁਰੂ ਗੋਬਿੰਦ ਸਿੰਘ ਜੀ ਗੱਦੀ 'ਤੇ ਬੈਠਣ ਤੋਂ ਪਹਿਲਾਂ ਬਾਲ ਸਰੂਪ 'ਚ ਵੀ ਆਏ ਹਨ। ਭਾਈ ਗੁਰਦਾਸ ਜੀ ਨੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੇ ਚੌਥੇ ਪਾਤਸ਼ਾਹ ਦੇ ਸਮੇਂ ਪਹਿਲਾਂ ਗੁਰੂ ਰਾਮਦਾਸ ਜੀ ਨੇ ਭੇਜਿਆ ਸੀ, ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਆਏ। ਇਹ ਸਿੱਖੀ ਦਾ ਪ੍ਰਚਾਰ ਕਰਨ ਕਰਕੇ ਕਾਂਸ਼ੀ ਵਿੱਚ ਬਹੁਤ ਪ੍ਰੇਮੀ ਸਿੱਖ ਪੈਦਾ ਕੀਤੇ ਸਨ। ਗੁਰੂ ਸਾਹਿਬ ਦੇ ਚਰਨ ਅੰਮ੍ਰਿਤ ਲੈ ਕਰਕੇ ਪਰਿਵਾਰਾਂ ਦੇ ਪਰਿਵਾਰ ਤਰ ਗਏ। ਵਾਹਨ ਹੋਏ ਤਿਆਰ ਢਿੱਗ ਆਏ, ਉਸ ਵੇਲੇ ਗੁਰਾਂ ਦੇ ਹੁਕਮ ਦੇ ਨਾਲ ਵਾਹਨ ਤਿਆਰ ਹੋ ਗਏ। ਰਥ, ਗੱਡੇ, ਪਾਲਕੀਆਂ, ਡੋਲੇ ਸਭ ਜੋ ਕੋਈ ਕੁਝ ਘੋੜੇ ਤੇ ਚੜ੍ਹਨ ਵਾਲੇ ਸਿੱਖ ਉਹਨਾਂ ਨੇ ਘੋੜਿਆਂ ਦੀਆਂ ਕਾਠੀਆਂ ਕੱਸ ਲਈਆਂ। ਤੇ ਜਦੋਂ ਤਿਆਰੀ ਹੋ ਗਈ ਸਤਿਗੁਰੂ ਸਾਹਿਬ ਜੀ ਨੂੰ ਦੱਸਿਆ ਤੇ ਮਹਾਰਾਜ ਸਾਹਿਬ ਜੀ ਵੀ ਪਾਸ ਆ ਗਏ। ਦਾਸਨ ਗਨ ਕੋ ਬਹੁ ਰਖਾਏ, ਤੇ ਬਹੁਤ ਦਾਸ ਸੇਵਕਾਂ ਨੂੰ ਖੁਸ਼ ਕਰਦੇ ਨੇ। ਇੱਕ ਤਾਂ ਬਾਲ ਸਰੂਪ ਬਾਲਕ ਅਵਸਥਾ ਹੈ ਜਿਹੜੀ 5 ਸਾਲ 6-7 ਇਹ ਤੋਂ ਥੱਲੇ ਵੀ 10-12 ਸਾਲ ਤੀਕ ਤਾਂ ਉਹੀ ਬੱਚਾ ਕੋਈ ਸੁਧਾਰ ਨਹੀਂ ਹੋਵੇ ਤੇ ਉਹਨੂੰ ਵੇਖ ਵੇਖ ਮਨ ਖੁਸ਼ ਹੁੰਦਾ ਹੈ। ਬੱਚਿਆਂ ਦੀਆਂ ਖੇਡਾਂ ਇਹ ਤਾਂ ਹੁਣ ਸਤਿਗੁਰੂ ਸਾਹਿਬ ਜੀ ਇੱਕ ਮਹਾਨ ਸ਼ਕਤੀ ਨੇ ਤੇ ਬਾਲ ਲੀਲਾ ਦੇ ਕੌਤਕ ਕਰ ਰਹੇ ਆ, ਜਿਸ ਕਰਕੇ ਵੇਖਣ ਵਾਲਿਆਂ ਦਾ ਮਨ ਬਹੁਤ ਹੀ ਖਿੜਦਾ, ਬਹੁਤ ਖੁਸ਼ ਹੁੰਦੇ ਗੁਰਾਂ ਦੀ ਲੀਲਾ ਵੇਖ ਕੇ। ਧੀਰਜ ਸਭ ਹਿਨ ਇੱਕ ਸਾਰ, ਤੁਰਨ ਲੱਗੇ ਤਾਂ ਸੰਗਤ ਨੂੰ ਥੋੜਾ ਜਿਹਾ ਪ੍ਰੇਮ ਪਿਆਰ ਪੈਣ ਕਰਕੇ ਦੁੱਖ ਜਿਹਾ ਲੱਗਾ। ਮਹਾਰਾਜ ਨੇ ਉਹਨਾਂ ਨੂੰ ਧੀਰਜ ਦਿੱਤੀ ਵੀ ਸੰਗਤ ਕਰਿਆ ਕਰੋ, ਕਥਾ ਕੀਰਤਨ ਕਰਿਆ ਕਰੋ। ਮਹਾਰਾਜ ਗੁਰੂ ਨਾਨਕ ਸਾਹਿਬ ਉਹਦੇ ਵਿੱਚ ਹਾਜ਼ਰੀ ਹੁੰਦੇ ਹਨ। ਸਤਿਗੁਰ ਹੋਤ ਭਏ ਅਸਵਾਰ, ਪਾਤਸ਼ਾਹ ਜੀ ਪਾਲਕੀ ਸਾਹਿਬ ਦੇ ਵਿੱਚ ਅਸਵਾਰ ਹੋ ਗਏ, ਜੋ ਕਾਂਸ਼ੀ ਦੀ ਸੰਗਤ ਨੇ ਨਵੀਂ ਬਣਾ ਕੇ ਦਿੱਤੀ ਹੈ। ਵਿਕਸੇ ਕਾਂਸ਼ੀ ਪੁਰ ਕੋ ਸ਼ੋਰ, ਕਾਂਸ਼ੀ ਨਗਰ ਨੂੰ ਛੱਡ ਕਰਕੇ ਇੱਥੋਂ ਮਹਾਰਾਜ ਬਾਹਰ ਆ ਗਏ। ਗਮਨੇ ਕਰ ਮੁਖ ਪਛਮ ਔਰ, ਕਾਂਸ਼ੀ ਸ਼ਹਿਰ ਤੋਂ ਪਛਮ ਵੱਲ ਲਹਿੰਦੇ ਵੱਲ ਨੂੰ ਮੁਖ ਕਰਕੇ ਚੱਲੇ ਹਨ। ਆਦਰ ਹੇਤ ਪੁਚਾਮਨ ਆਏ, ਤੇ ਕਾਂਸ਼ੀ ਦੀਆਂ ਸੰਗਤਾਂ ਵੀ ਮਹਾਰਾਜ ਦਾ ਅਦਬ ਸਤਿਕਾਰ ਕਰਦਿਆਂ ਹੋਇਆ ਨਗਰ ਤੋਂ ਬਾਹਰ ਦੂਰ ਤੀਕਰ ਗੁਰੂ ਸਾਹਿਬ ਨੂੰ ਤੋਰਨ ਦੇ ਲਈ ਵਿਦਿਆ ਕਰਨ ਵਾਸਤੇ ਨਾਲ ਆਈਆਂ। ਕਰੇ ਕਰੇ ਕਹਿ ਗੁਰ ਸਮੁਦਾਇ, ਜਦੋਂ ਬਾਰ-ਬਾਰ ਜੇ ਕੁਝ ਆ ਗਏ ਤਾਂ ਸਤਿਗੁਰਾਂ ਨੇ ਕਿਹਾ ਵੀ ਹੁਣ ਇੱਥੋਂ ਅੱਗੇ ਨਾ ਤੁਸੀਂ ਆਇਓ, ਵੀ ਅਸੀਂ ਤਾਂ ਬੜੀ ਦੂਰ ਜਾਣਾ ਹੈ, ਤੁਸੀਂ ਕਾਹਤੋਂ ਐਵੇਂ ਮੁਸ਼ਕਲ ਮਸ਼ੱਕਤ ਝੱਲਦੇ ਹੋ। ਇਹ ਕਹਿ ਕੇ ਸੰਗਤ ਨੂੰ ਮਹਾਰਾਜ ਨੇ ਕਿਹਾ ਵੀ ਤੁਸੀਂ ਇੱਥੇ ਖਲੋ ਕੇ ਤੇ ਇੱਥੋਂ ਹੀ ਵਾਪਸ ਚਲੇ ਜਾਓ। ਸਭ ਕੋ ਹਟਕ ਅਗਾਰੀ ਚੱਲੇ, ਸਾਰਿਆਂ ਨੂੰ ਰੋਕ ਕੇ ਪਿਛਾਂਹ ਨੂੰ ਮੋੜ ਕੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਨੂੰ ਚੱਲ ਪਏ। ਸੇਵਦਨ ਮਾਤਨ ਆਵਤ ਨਾਲੇ, ਆ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਉਹ ਵੀ ਨਾਲ ਹੀ ਰਥਾਂ ਤੇ ਸਵਾਰ ਹੋ ਕੇ ਆ ਰਹੇ ਹਨ। ਅਪਰ ਬਹੀਰ ਸਗਲ ਚਲ ਆਵਾ, ਹੋਰ ਵੀ ਜਿਹੜਾ ਸਾਰਾ ਵਹੀਰ ਹੈ ਜਿੰਨਾ ਵੀ ਦਲ ਉਹ ਚੱਲ ਕੇ ਆ ਰਿਹਾ ਹੈ। ਕਿਤੇ ਗੱਡਿਆਂ ਦੇ ਉੱਤੇ ਸਮਾਨ ਲੱਦਿਆ ਹੈ, ਕੋਈ ਘੋੜਿਆਂ ਤੇ ਸਵਾਰ ਹੈ, ਕਈ ਪੈਦਲ ਹੀ ਤੁਰੇ ਆ ਰਹੇ ਹਨ। ਨਮੋ ਸਮਾਜ ਸਮੂਹ ਬਣਾਵਾ, ਸਮੂਹ ਸਾਜੋ ਸਮਾਨ ਕਾਂਸ਼ੀ ਦੀ ਸੰਗਤ ਨੇ ਨਵਾਂ ਹੀ ਬਣਾ ਦਿੱਤਾ ਹੈ, ਕਿਉਂਕਿ ਪਹਿਲਾ ਸਮਾਨ ਤਾਂ ਉਹਨਾਂ ਨੇ ਮੰਗਤਿਆਂ ਵਾਂਗ ਬਾਹਮਣਾ ਹੀ ਮੰਗ ਲਿਆ ਸੀ ਸਾਰਾ। ਇਸੇ ਰੀਤ ਮਾਰਗ ਮਹਿ ਚਲੇ, ਇਸੇ ਮਰਿਆਦਾ ਦੇ ਨਾਲ ਜਿਵੇਂ ਪਿੱਛੇ ਮਹਾਰਾਜ ਆ ਰਹੇ ਸੀ ਵੀ ਦਿਨ ਦੇ ਸਮੇਂ ਤੁਰਦੇ ਨੇ, ਰਾਤ ਨੂੰ ਟਿਕਾਣਾ ਕਰਕੇ ਵਿਸ਼ਰਾਮ ਕਰਦੇ, ਇਸੇ ਤਰ੍ਹਾਂ ਮਹਾਰਾਜ ਤੁਰੇ ਜਾ ਰਹੇ ਹਨ। ਕਰਤ ਅਨੇਕ ਬਿਲਾਸਨ ਭਲੇ, ਤੇ ਜਦੋਂ ਰਾਹ ਵਿੱਚ ਜਾਂਦੇ ਨੇ ਤਾਂ ਕਈ ਤਰ੍ਹਾਂ ਦੇ ਬਿਲਾਸ ਵੀ ਕਰਦੇ ਜਾ ਰਹੇ ਨੇ, ਕੋਈ ਚੋਜ ਕੋਈ ਕੌਤਕ ਕਰਦੇ ਹਨ। ਮੇਰਾ ਟਿਕੇ ਭਾਨ ਕੇ ਢਰੇ, ਜਦੋਂ ਕੋ ਸੂਰਜ ਛਿਪਣ ਦਾ ਸਮਾਂ ਹੋ ਜਾਂਦਾ ਉਸ ਵੇਲੇ
ਡੇਰਾ ਕਰ ਲੈਂਦੇ ਆ ਵੇਖ ਕੇ ਕੋਈ ਜਗ੍ਹਾ ਜਿੱਥੇ ਪਾਣੀ ਨੇੜੇ ਹੋਵੇ, ਲੰਗਰ ਪ੍ਰਸ਼ਾਦਾ ਤਿਆਰ ਕਰਨਾ ਜਿੱਥੇ ਸੌਖਾ ਹੋਵੇ। ਇਹ ਸੋਹਣੀ ਜਗ੍ਹਾ ਵੇਖ ਕਰਕੇ ਭਾਨ ਸੂਰਜ ਛਿਪੇ ਸੰਧਿਆ ਦੇ ਸਮੇਂ ਡੇਰਾ ਹੋ ਜਾਂਦਾ ਹੈ। ਗੁਰ ਆਗਮਨ ਜੇ ਸੁਨਬੋ ਕਰੇ। ਤੇ ਜਿੱਥੇ ਮਹਾਰਾਜ ਸਾਹਿਬ ਜੀ ਦਾ ਡੇਰਾ ਲੱਗਦਾ ਹੈ ਨਾ, ਉਹਦੇ ਨੇੜੇ ਤੇੜੇ ਜਿੱਥੇ ਵੀ ਕੋਈ ਇਹ ਗੱਲ ਸੁਣਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਰਿਵਾਰ, ਉਹਨਾਂ ਦੇ ਸਿੱਖ, ਉਹਨਾਂ ਦੇ ਸਾਹਿਬਜ਼ਾਦੇ, ਗੁਰੂ ਗੋਬਿੰਦ ਸਿੰਘ ਜੀ ਇੱਧਰ ਦੀ ਜਾ ਰਹੇ ਹਨ, ਨਾਵੇਂ ਸਤਿਗੁਰਾਂ ਦਾ ਪਰਿਵਾਰ, ਜਨ ਸਿੱਖਿਆਨ ਕੋ ਨਵ ਨਿਧ ਪਾਵੈ। ਤੇ ਉਹ ਸਿੱਖ ਜਿਹੜਾ ਕੋਈ ਉੱਥੇ ਵਿਰਲੇ ਟਾਵੇਂ ਰਹਿੰਦੇ ਨੇ, ਇਹ ਗੱਲ ਸੁਣ ਕੇ ਇੰਨੀ ਖੁਸ਼ੀ ਹੁੰਦੀ ਆ ਵੀ ਜਿਵੇਂ 9 ਨਿਧੀਆਂ ਹੀ ਪਾ ਲੀਆਂ ਹੁਣ ਉਹਨਾਂ ਨੇ, ਜਿਵੇਂ ਬਹੁਤ ਪਦਾਰਥ ਮਿਲ ਜਾਣਾ ਇੱਕਦਮ ਕਿਸੇ ਨੂੰ ਘਰ ਵਿੱਚ, ਇਦਾਂ ਖੁਸ਼ ਹੁੰਦੇ ਆ ਗੁਰੂ ਸਾਹਿਬ ਜੀ ਦਾ ਆਪਣੇ ਨੇੜੇ ਆਇਆ ਜਾਣ ਕੇ। ਆਨੰਦ ਧਾਰ ਧਾਏ ਭੇਗਿਆ ਮੈਂ। ਬੜੇ ਆਨੰਦ ਦੇ ਨਾਲ ਦੌੜ ਦੌੜ ਕੇ ਆਉਂਦੇ ਆ ਵੀ ਚਲੋ ਸਤਿਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਦੇ ਦਰਸ਼ਨ ਕਰੀਏ। ਔਚਕ ਗੁਰ ਦਰਸ਼ਨ ਹਮ ਪਾਵਤ। ਕਹਿੰਦੇ ਵੀ ਇਹ ਤਾਂ ਸਾਡੇ ਕੋਈ ਚੰਗੇ ਭਾਗ ਹੈ ਵੀ ਕਦੀ ਚੇਤਾ ਹੀ ਸੋਚਿਆ ਹੀ ਨਹੀਂ ਸੀ ਵੀ ਅਸੀਂ ਆਪਣੇ ਇੱਥੇ ਨਗਰ ਦੇ ਨੇੜੇ ਮਹਾਰਾਜ ਦੇ ਦਰਸ਼ਨ ਕਰਾਂਗੇ। ਅਚਾਨਕ ਹੀ ਦਰਸ਼ਨ ਹੋ ਗਏ ਹਨ। ਜਿਨ ਹਿਤ ਕੋਸ ਹਜ਼ਾਰ ਸਿਧਾਵਤ। ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਹਜ਼ਾਰਾਂ ਕੋ ਚੱਲ ਕੇ ਪੰਜਾਬ ਜਾਣਾ ਪੈਂਦਾ ਸੀ। ਮਰਥਲ ਮਹਿ ਜਿਮ ਪਾਵਤ ਮੇਵਾ। ਕਹਿੰਦੇ ਉਹਨਾਂ ਨੇ ਇੱਥੇ ਹੀ ਆ ਕੇ ਦਰਸ਼ਨ ਦਿੱਤੇ। ਤਾਂ ਇਦਾਂ ਦੀ ਖੇਡ ਬਣ ਗਈ ਵੀ ਜਿਵੇਂ ਕੋਈ ਮਾਰੂਥਲ ਰੇਗਿਸਤਾਨ ਹੋਵੇ ਤਾਂ ਉਹਦੇ ਵਿੱਚ ਬਹੁਤ ਸੋਹਣੇ ਮੇਵੇ ਉੱਗੇ ਆਉਣ, ਬਹੁਤ ਸੋਹਣੇ ਫਲ ਲੱਗ ਜਾਣ। ਤਿਮ ਇਤ ਦੇਸ਼ ਦਰਸ਼ ਗੁਰਦੇਵਾ। ਉਸੇ ਤਰ੍ਹਾਂ ਹੀ ਮਹਾਰਾਜ ਸਾਹਿਬ ਦੇ ਇਸ ਦੇਸ਼ ਵਿੱਚ ਜਿਹੜੇ ਦਰਸ਼ਨ ਹੋਏ ਹਨ, ਜਿਵੇਂ ਮਾਰੂਥਲ ਰੇਗਿਸਤਾਨ ਵਿੱਚ ਕਿਤੇ ਕਹਿੰਦੇ ਵੀ ਕੋਈ ਮੇਵੇ ਜਾਂ ਹੋਰ ਫਲ ਦਾ ਇੱਕ ਦਰਖਤ ਪ੍ਰਾਪਤ ਹੋ ਜਾਣ, ਇਸੇ ਤਰ੍ਹਾਂ ਹੀ ਇਹ ਹਜ਼ਾਰਾਂ ਮੀਲ ਦੂਰ ਗੁਰੂ ਸਾਹਿਬ ਦੇ ਜਿਹੜੇ ਦਰਸ਼ਨ ਹੋਏ ਨੇ ਉਹ ਮੇਵਿਆਂ ਦੇ ਫਲ ਦੀ ਨਿਆਈ ਹੀ ਪ੍ਰਾਪਤ ਹੋਏ ਨੇ। ਭਾਵ ਦੁਰਲਭ ਹਨ, ਜਿਨ੍ਹਾਂ ਨੂੰ ਵੇਖਣ ਲਈ, ਪਰਸਣ ਲਈ, ਚਰਨ ਛੋਹ ਲੈਣ ਦੇ ਲਈ ਹਜ਼ਾਰਾਂ ਹੀ ਮੀਲ ਚੱਲ ਕੇ ਜਾਣਾ ਪੈਂਦਾ ਪੰਜਾਬ। ਉਹ ਮਹਾਰਾਜ ਸਾਡੇ ਇਲਾਕੇ ਵਿੱਚ ਆਏ ਹਨ। ਲੈ ਲੈ ਅਨਕ ਅਕੋਰਨ ਮਿਲੈ। ਇਸ ਤਰ੍ਹਾਂ ਆਪਸ ਵਿੱਚ ਖੁਸ਼ੀ ਦੀਆਂ ਗੱਲਾਂ ਬਾਤਾਂ ਕਰਕੇ ਭੇਟਾਵਾਂ ਪ੍ਰੇਮ ਭੇਟਾ ਲੈ ਲੈ ਕੇ ਸਤਿਗੁਰੂ ਸਾਹਿਬ ਜੀ ਨੂੰ ਆਣ ਮਿਲੇ। ਇਕ ਦੋਇ ਮਜਲ ਕਿਤਕ ਸੰਗ ਚਲੈ। ਤੇ ਕਈ ਐਸੇ ਪ੍ਰੇਮੀ ਸਿੱਖ ਵੀ ਆਪਣੇ ਨਗਰ ਤੋਂ 1 ਜਾਂ 2 ਮੰਜ਼ਲਾਂ 24 ਮੀਲ ਦਾ ਜਿਹੜਾ ਪੈਂਡਾ ਹੈ ਉਹ ਮਹਾਰਾਜ ਸਾਹਿਬ ਦੇ ਨਾਲ ਨਾਲ ਹੀ ਚੱਲੇ ਆਉਂਦੇ ਨੇ। ਮਹਾਰਾਜ ਕੋਈ ਨਹੀਂ, ਅਸੀਂ ਤੁਹਾਡੀ ਸੇਵਾ ਕਰਨੀ ਹੈ ਕੁਝ ਸਮਾਂ। ਤੇ 2 ਮੰਜ਼ਲਾਂ ਤੋਂ ਫਿਰ ਮਹਾਰਾਜ ਜਦੋਂ ਕਹਿੰਦੇ ਵੀ ਤੁਸੀਂ ਹੁਣ ਵਾਪਸ ਜਾਓ ਤਾਂ ਹੀ ਆਉਂਦੇ ਹਨ। ਇਸ ਤਰ੍ਹਾਂ ਮਹਾਰਾਜ ਦੇ ਨਾਲ ਹੀ 2 ਮੰਜ਼ਲਾਂ ਤੈਅ ਕਰਕੇ 4 5 ਦਿਨ ਸੇਵਾ ਦਰਸ਼ਨ ਕਰਦੇ ਨੇ। ਵਿਵਦ ਵਿਦਨ ਕੀ ਸੇਵਾ ਠਾਨ ਹੈ। ਅਨੇਕਾਂ ਹੀ ਵਿਧੀਆਂ ਦੀ ਤਰ੍ਹਾਂ ਕਰਕੇ ਗੁਰੂ ਸਾਹਿਬ ਦੀ ਸੇਵਾ ਕਰਦੇ ਹਨ ਤਨੋ ਮਨੋ ਹੋ ਕੇ। ਅੰਨ ਦੁਗਧ ਦਦ ਕ੍ਰਿਤ ਕੋ ਅੰਨ। ਅੰਨ ਅਨਾਜ ਲੰਗਰ ਪਕਾਉਣ ਵਾਸਤੇ ਦੁੱਧ ਦਹੀਂ ਤੇ ਘਿਓ ਦੇ ਘੜੇ ਭਰ ਕੇ, ਚਾਟੀਆਂ ਭਰ ਕੇ ਲੱਸੀ ਦੀਆਂ ਲਿਆਉਂਦੇ ਹਨ। ਇਵਨੀ ਸਗਰੇ ਮਾਰਗ ਆਏ। ਇਸ ਤਰ੍ਹਾਂ ਹੀ ਮਹਾਰਾਜ ਸਾਹਿਬ ਸਾਰਾ ਮਾਰਗ ਤੈਅ ਕਰਦੇ ਆ ਕਾਂਛੀ ਤੋਂ ਆ ਰਹੇ ਨੇ। ਪੁਰਨੇ ਕਾਮਨਾ ਜਨ ਸਮੁਦਾਇ। ਜਿਹੜਾ ਵੀ ਕੋਈ ਪ੍ਰੇਮੀ ਜਨ ਰਾਹ ਵਿੱਚ ਮਿਲਦਾ ਉਹਦੀ ਕਾਮਨਾ ਪੂਰੀ ਕਰ ਦਿੰਦੇ ਹਨ। ਰਾਮਚੰਦ ਕੀ ਨਗਰੀ ਔ। ਚਲਦਿਆਂ ਮਹਾਰਾਜ ਅਯੁੱਧਿਆ ਨਗਰੀ, ਰਾਮਚੰਦਰ ਜੀ ਦੀ ਨਗਰੀ ਦੇ ਵਿੱਚ ਜਨਮ ਸਥਾਨ ਤੇ ਪਹੁੰਚੇ ਹਨ। ਬਸੇ ਜਹਾਂ ਬਹੁ ਬੀਤੀ ਔਦ। ਜਿੱਥੇ ਅਯੁੱਧਿਆ ਦੇ ਵਿੱਚ ਵਸਦਿਆਂ ਹੋਇਆ ਕਹਿੰਦੇ ਰਾਮਚੰਦਰ ਜੀ ਦੀ ਬਹੁਤ ਉਮਰ ਬਤੀਤ ਹੋਈ, ਬਹੁਤਾ ਲੰਮਾ ਸਮਾਂ ਜਿਸ ਅਯੁੱਧਿਆਪੁਰੀ ਵਿੱਚ ਜੋ ਸ਼੍ਰੀ ਰਾਮਚੰਦਰ ਜੀ ਵਸਦੇ ਰਹੇ। ਪਾਵਨਤਾ ਕੀ ਔਦ ਮਨੋ ਹੈ। ਕਹਿੰਦੇ ਵੀ ਜਿਹੜੀ ਪੁਰੀ ਜਿਹੜੀ ਹੈ ਨਾ, ਪਾਵਨਤਾ ਕੀ ਔਦ ਮਨੋ ਹੈ, ਪਵਿੱਤਰਤਾ ਦੀ ਕਹਿੰਦੇ ਹੱਦ ਹੈ ਸਨਾਤਨ ਧਰਮ ਵਾਸਤੇ। ਨਰ ਨਾਰਨ ਕੋ ਬਾਸ ਘਨੋ ਹੈ। ਜਿੱਥੇ ਬਹੁਤ ਮਾਈ ਭਾਈ, ਬਹੁਤ ਨਰ ਨਾਰੀਆਂ ਦਾ ਬਾਸ, ਸੰਘਣੀ ਆਬਾਦੀ ਹੈ ਅਯੁੱਧਿਆਪੁਰੀ ਦੇ ਵਿੱਚ। ਤਿਸ ਪੁਰ ਮੈਂ ਸਤਿਗੁਰੂ ਪਰ ਵਿੱਚ। ਉਸ ਰਾਮਚੰਦਰ ਜੀ ਦੀ ਪੁਰੀ ਦੇ ਵਿੱਚ ਗੁਰੂ
ਗੋਬਿੰਦ ਸਿੰਘ ਮਹਾਰਾਜ ਆਣ ਪ੍ਰਵੇਸ਼ ਹੋਏ। ਸੁਧ ਕੋ ਸੁਨ ਸੁਨ ਸਿੱਖ ਅਸ਼ੇਸ਼। ਅਯੁੱਧਿਆ ਵਿੱਚ ਜਿਹੜੇ ਕੋਈ ਗੁਰਸਿੱਖ ਵਸਦੇ ਸੀ, ਜਦੋਂ ਉਹਨਾਂ ਨੂੰ ਖਬਰ ਮਿਲੀ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦੇ ਆਏ ਹਨ, ਧਾਏ ਧਾਏ ਬਹੁ ਆਨ ਮਿਲੇ ਹਨ। ਕਹਿੰਦੇ ਵੀ ਚਾਹ ਹੀ ਚੜ ਜਾਂਦਾ ਸਿੱਖਾਂ ਨੂੰ, ਦੌੜ ਦੌੜ ਕੇ ਘਰੋਂ ਆਉਂਦੇ, ਆ ਕੇ ਸਤਿਗੁਰੂ ਸਾਹਿਬ ਨੂੰ ਮਿਲਦੇ, ਦਰਸ਼ਨ ਕਰਦੇ ਨੇ। ਇਹ ਸਾਧ ਸੰਗਤ ਜੋ ਬਚਨ ਲਿਖੇ ਨਾ, ਦੌੜ ਦੌੜ ਆਉਣਾ, ਐਵੇਂ ਹੀ ਹੁੰਦਾ ਸੀ। ਆ ਹੁਣ ਹੀ ਪਤਾ ਨਹੀਂ ਹੈ ਵੀ ਕੁਝ ਮਨ ਫਿੱਕੇ ਜੇ ਪੈ ਗਏ। ਆ ਨਗਰ ਕੀਰਤਨ ਹੀ ਨਿਕਲਦਾ ਹੁੰਦਾ ਸੀ ਕੋਈ 10-15 ਸਾਲ ਪਹਿਲਾਂ, ਤਾਂ ਨਗਰ ਕੀਰਤਨ ਆਉਂਦਾ, ਵੇਖ ਵੇਖ ਕੇ ਬਹੁਤ ਸੰਗਤ ਚਾਵਾਂ ਨਾਲ ਘਰਾਂ 'ਚੋਂ ਹੀ ਦੌੜੀ ਆਉਂਦੀ ਹੁੰਦੀ ਸੀ ਵੀ ਦਰਸ਼ਨ ਕਰਨੇ ਨੇ ਨਗਰ ਕੀਰਤਨ ਦੇ। ਐਵੇਂ ਕੋਈ ਮਹਾਰਾਜ ਸਾਹਿਬ ਦੀ ਯਾਤਰਾ ਲੰਘਦਿਆਂ ਵੇਖ ਵੇਖ ਕੇ ਚਾਅ ਨਾਲ ਹੀ ਭੱਜੇ ਫਿਰਦੇ ਹੁੰਦੇ ਸਨ। ਜੇ ਕੋਈ ਗੁਰੂ ਸਾਹਿਬ ਦਾ ਗੁਰਪੁਰਬ ਮਨਾਉਣਾ, 3-3 ਦਿਨ ਰੌਣਕਾਂ ਲੱਗੀਆਂ ਰਹਿੰਦੀਆਂ, ਉਹ ਹੀ ਚਾਅ ਮਲਾਰ ਹੋਣਾ ਵੀ ਸਤਿਗੁਰਾਂ ਦੇ ਦਿਹਾੜੇ ਆ ਰਹੇ ਨੇ। ਇਹ ਸੰਗਤਾਂ ਦਾ ਪ੍ਰੇਮ ਇਸ ਤਰ੍ਹਾਂ 10 ਸਾਲ ਪਹਿਲਾਂ ਹੀ ਬਹੁਤ ਸੀ, 15 ਸਾਲ ਉਹ ਪੁਰਾਣੇ ਸਮਿਆਂ 'ਚ ਤਾਂ ਫਿਰ ਹੋਰ ਜ਼ਿਆਦਾ ਹੋਵੇਗਾ। ਇਸ ਕਰਕੇ ਜੋ ਕਈ ਬਚਨ ਲਿਖੇ ਆ ਨਾ, ਵੀ ਆਪਾਂ ਸੋਚ ਸਕਦੇ ਹਾਂ ਵੀ ਦੌੜ ਦੌੜ ਕਿਵੇਂ ਆਏ, ਅਸੀਂ ਤਾਂ ਆਉਂਦੇ ਨਹੀਂ, ਪਰ ਪਹਿਲੇ ਤਾਂ ਆਉਂਦੇ ਸੀ ਨਾ। ਉਹਨਾਂ ਦਾ ਪ੍ਰੇਮ ਹੀ ਐਸਾ ਸੀ, ਉਹਦੇ ਛਾਲਾਂ ਮਾਰ ਮਾਰ ਕੇ ਉੱਡਦੇ ਹੀ ਆਉਂਦੇ ਸੀ ਮਾਨੋ ਬਿਨਾਂ ਖੰਭਾਂ ਤੋਂ। ਸੋ ਸਤਿਗੁਰੂ ਮਹਾਰਾਜ ਦਾ ਜਦੋਂ ਅਯੁੱਧਿਆ ਦੇ ਸਿੱਖਾਂ ਨੇ ਆਉਣਾ ਸੁਣਿਆ, ਗੁਰੂ ਗੋਬਿੰਦ ਸਿੰਘ ਆਏ ਨੇ ਬਾਲ ਸਤਿਗੁਰੂ, ਤਾਂ ਕਹਿੰਦੇ ਦੌੜ ਦੌੜ ਕੇ ਘਰਾਂ ਤੋਂ ਕੰਮ ਕਾਜ ਉੱਥੇ ਹੀ ਛੱਡ ਕੇ ਦਰਸ਼ਨ ਕਰਨ ਲਈ ਆ ਗਏ। ਕਰ ਬੰਧਨ ਦੇ ਭੇਟ ਭਲੇ ਹਨ। ਆ ਕੇ ਮਹਾਰਾਜ ਸਾਹਿਬ ਜੀ ਅੱਗੇ ਪ੍ਰੇਮ ਭੇਟਾ ਰੱਖੀ ਹੈ, ਬੰਦਨਾ ਕਰਦੇ, ਨਮਸਕਾਰਾਂ ਕਰਦੇ ਨੇ। ਜੇ ਅਨਜਾਨ ਸੋ ਬੂਝਹਿ ਆਪੇ। ਤੇ ਜਿਹੜੇ ਕਈ ਅਣਜਾਣ ਨੇ, ਕਿਉਂਕਿ ਪਤਾ ਨਹੀਂ ਨਾ ਬਹੁਤਿਆਂ ਨੂੰ ਵੀ ਇਹ ਗੁਰੂ ਘਰ ਦੇ ਬਾਰੇ, ਉਹ ਆਪਸ ਵਿੱਚ ਹੀ ਗੱਲਾਂ ਕਰਕੇ ਪੁੱਛਦੇ ਹਨ ਮਹਾਰਾਜ ਨੂੰ ਵੇਖ ਕੇ। ਇਸ ਕੋ ਬਾਲਕ ਰੂਪ ਪ੍ਰਤਾਪੀ। ਇਹ ਕੋ ਬਾਲਕ, ਕਹਿੰਦੇ ਵੀ ਇਹ ਬਾਲਕ ਕੌਣ ਹੈ? ਰੂਪ ਪ੍ਰਤਾਪੀ, ਇਹਨਾਂ ਦਾ ਰੂਪ ਬੜਾ ਪ੍ਰਤਾਪ ਵਾਲਾ ਲੱਗਦਾ ਹੈ, ਬਹੁਤ ਤੇਜ ਪ੍ਰਭਾਵ ਹੈ, ਮੱਥਾ ਇਹਨਾਂ ਦਾ ਬਹੁਤ ਪ੍ਰਭਾਵਸ਼ਾਲੀ ਹੈ। ਇਹ ਕੌਣ ਹਨ? ਬਾਲ ਸਰੂਪ। ਸੁੰਦਰ ਮੂਰਤ ਦਿਪਹਿ ਉਦਾਰਾ। ਬੜੀ ਸੋਹਣੀ ਮੂਰਤੀ ਹੈ, ਪ੍ਰਗਟ ਹੀ ਕਹਿੰਦੇ ਵੀ ਸੋਹਣਾ ਪ੍ਰਕਾਸ਼ ਹੋ ਰਿਹਾ ਇਹਨਾਂ ਦੇ ਸਰੀਰ ਦਾ। ਲਿਖੀ ਲਖੀਅਤ ਕਿਸੂ ਦੇਵ ਅਵਤਾਰਾ। ਤੇ ਕਈ ਜਿਹੜੇ ਕਹਿੰਦੇ ਤਾਂ ਇਉਂ ਲੱਗਦਾ ਵੀ ਕਿਸੇ ਦੇਵਤੇ ਦਾ ਅਵਤਾਰ ਨੇ। ਹੁਣ ਇਹ ਦੇਵਤੇ ਦਾ ਅਵਤਾਰ ਭਾਵ ਇਹਨਾਂ ਦੀ ਸ਼ਰਧਾ ਦੇਵਤੇ ਤੀਕਰ ਹੀ ਹੈ ਨਾ ਬਹੁਤਿਆਂ ਦੀ, ਉਹਨਾਂ ਵਾਸਤੇ ਦੇਵਤੇ ਹੀ ਵੱਡੇ ਹੁੰਦੇ ਆ। ਇਸ ਕਰਕੇ ਕਹਿੰਦੇ ਵੀ ਇਹ ਤਾਂ ਇਉਂ ਲੱਗਦੇ ਆ ਵੀ ਕਿਸੇ ਦੇਵ ਦਾ ਅਵਤਾਰ ਹੈ, ਆਮ ਬਾਲਕ ਇਦਾਂ ਦੇ ਹੁੰਦੇ ਨਹੀਂ ਹਨ। ਜਿਸ ਤੇ ਨਰਗਨ ਕੋਈ ਜਦੋਂ ਇਦਾਂ ਬਚਨ ਆਉਂਦਾ ਨਾ, ਇਹੋ ਜਿਹੀ ਚੀਜ਼ ਤੇ ਕਈ ਅੜਿੱਕਾ ਜਿਹਾ ਅੜਾ ਕੇ ਬਹਿ ਜਾਂਦੇ ਜੀ, ਵੇਖੋ ਦੇਵ ਅਵਤਾਰ ਕਿਹਾ। ਹੁਣ ਕਹਿਰ ਕੌਣ ਰਿਹਾ ਹੈ? ਕਥਾ ਜੇ ਸਾਰੀ ਕੋਈ ਸੁਣੇ, ਉਹ ਇੱਕ ਸਨਾਤਨੀ, ਇੱਕ ਹਿੰਦੂ ਕਹਿ ਰਿਹਾ ਗੁਰੂ ਸਾਹਿਬ ਨੂੰ ਵੇਖ ਕੇ ਵੀ ਇਹ ਐਂ ਲੱਗਦੇ ਵੀ ਜਿਵੇਂ ਕੋਈ ਦੇਵਤਾ ਹੈ। ਹੁਣ ਉਹਨਾਂ ਦੀ ਸ਼ਰਧਾ ਸਿਰਫ ਦੇਵਤੇ ਤੀਕਰ ਹੈ, ਉਹਨਾਂ ਨੂੰ ਇਹ ਹੈ ਵੀ ਦੇਵਤੇ ਤੋਂ ਪਰੇ ਕੁਝ ਹੁੰਦਾ ਨਹੀਂ। ਤੇ ਜੇ ਉਹ ਆਪਣੇ ਹਿਸਾਬ ਨਾਲ ਵੀ ਮਹਾਰਾਜ ਨੂੰ ਦੇਵਤਾ ਕਹਿ ਰਿਹਾ, ਤਾਂ ਉਹ ਆਪਣੇ ਸਭ ਤੋਂ ਵੱਡੇ ਇਸ਼ਟ ਦੇ ਨਾਲ ਉਪਾਧੀ ਦੇ ਰਿਹਾ, ਕੋਈ ਨੀਮਤਾ ਨਹੀਂ ਦੇ ਰਿਹਾ। ਇਹ ਤਾਂ ਹੁਣ ਸਾਡੀ ਸ਼ਰਧਾ ਹੈ ਨਾ ਵੀ ਦੇਵਤੇ ਤਾਂ ਮਹਾਰਾਜ ਸਾਹਿਬ ਦੇ ਚਰਨਾਂ ਦੀ ਧੂੜ ਕੁਝ ਵੀ ਨਹੀਂ ਉਹਨਾਂ ਦੇ ਸਾਹਮਣੇ। ਮਹਾਰਾਜ ਤਾਂ ਆਮ ਮਨੁੱਖਾਂ ਨੂੰ ਦੇਵੀ ਗੁਣਾਂ ਦੇ ਵਿੱਚ ਪਰਪੱਕ ਕਰਨ ਵਾਲੇ ਹਨ। ਪਰ ਦੂਸਰੇ ਦਾ ਜਦੋਂ ਹੁਣ ਵੀ ਹੈ, ਕੋਈ ਦੂਸਰੇ ਧਰਮ ਦਾ ਆਵੇਗਾ, ਉਹ ਆਪਣੇ ਇਸ਼ਟ ਦੇਵ ਨਾਲ ਹੀ ਬਰਾਬਰੀ ਕਰਕੇ ਦੱਸੂਗਾ ਸਾਨੂੰ, ਉਹ ਹੋਰ ਤਾਂ ਕੁਝ ਕਹਿ ਨਹੀਂ ਨਾ ਸਕਦਾ। ਸੋ ਇਸ ਕਰਕੇ ਇੱਥੇ ਬਚਨ ਆਇਆ ਵੀ ਇਹ ਤਾਂ ਕੋਈ ਦੇਵ ਅਵਤਾਰ ਲੱਗਦੇ ਹਨ। ਜਿਸ ਤੇ ਨਰਗਨ ਠਾਨ ਅਦਾਏ। ਇਹੀ ਕਾਰਨ ਹੈ ਵੀ ਆਪਸ ਵਿੱਚ ਕਈ ਗੱਲਾਂ ਕਰਦੇ ਜਿਨ੍ਹਾਂ ਨੂੰ ਨਹੀਂ ਪਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਸਰੂਪ ਸਤਿਗੁਰਾਂ ਦਾ, ਉਹ ਕਹਿੰਦੇ ਵੀ ਇਹ ਕੋਈ ਬਹੁਤ ਵੱਡੀ ਆਤਮਾ ਹੈ। ਤਾਈਓ ਆ ਵੇਖੋ ਵੀ ਅਯੁੱਧਿਆ ਦੇ ਲੋਕ ਇਹਨਾਂ ਨੂੰ ਨਮਸਕਾਰਾਂ ਕਰ ਰਹੇ, ਮੱਥੇ ਟੇਕ ਰਹੇ ਹਨ। ਬੰਦੇ ਚਰਨ ਕਮਲ ਜਨ ਸਾਹਿਬ। ਬੰਦੇ ਚਰਨ ਕਮਲ ਜਨ ਸਾਹਿਬ, ਕਹਿੰਦੇ ਵੀ ਇਸ ਤਰ੍ਹਾਂ ਬੰਦਨਾ ਕਰਦੇ, ਨਮਸਕਾਰਾਂ ਕਰਦੇ ਨੇ। ਸਾਰੇ ਆਪ ਜਿਵੇਂ ਦਾਸ ਹੋਣ, ਤਾਂ ਇਹ ਜਿਵੇਂ ਬਾਲਕ ਕੋਈ, ਇਹਨਾਂ ਦੇ ਮਾਲਕ ਕੋਈ ਸਾਹਿਬ ਹੋਣ। ਜੇ ਸਿੱਖ ਜਾਣੇ ਤਿਨਹਿ ਸੁਨਾਵਹਿ। ਤੇ ਜਿਹੜੇ ਸਿੱਖਾਂ ਨੂੰ ਪਤਾ ਹੈ ਨਾ ਗੁਰੂ ਗੋਬਿੰਦ ਸਿੰਘ ਜੀ ਬਾਰੇ, ਉਹ ਪੁੱਛਣ ਵਾਲਿਆਂ ਨੂੰ ਦੱਸਦੇ ਹਨ। ਸਤਿਗੁਰ ਕੇ ਪੁੱਤਰ ਸੁਹਾਵਹਿ। ਕਹਿਣ ਲੱਗੇ ਵੀ ਇਹ ਜੋ ਸਾਹਿਬਜ਼ਾਦੇ ਤੁਸੀਂ ਵੇਖ ਰਹੇ ਹੋ ਨਾ,
ਇਹ ਸਤਿਗੁਰੂ ਸਾਹਿਬ ਜੀ ਦੇ ਸੁਪੁੱਤਰ ਨੇ, ਗੁਰੂ ਤੇਗ ਬਹਾਦਰ ਸਾਹਿਬ ਦੇ, ਜੋ ਸੋਹਣੇ ਲੱਗ ਰਹੇ ਹਨ। ਸ੍ਰੀ ਗੁਰੂ ਰਾਮਦਾਸ ਕੀ ਬੰਸ, ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਜਿਹੜੀ ਸੋਢ ਬੰਸ ਹੈ, ਇਹ ਵਿਦ ਤੇ ਸੁੰਦਰ ਅਵਤੰਚ। ਇਹ ਵਿਦ ਤੇ ਸੁੰਦਰ ਅਵਤੰਸ਼, ਇਹ ਕਹਿੰਦੇ ਵੀ ਵਿਦ ਤੇ ਇਸ ਪ੍ਰਕਾਰ ਦੇ ਨਾਲ ਸੁੰਦਰ ਅਵਤੰਸ਼, ਜਿਵੇਂ ਸੂਰਜ ਹੁੰਦਾ ਹੈ ਨਾ, ਇਵੇਂ ਸੂਰਜ ਦੇ ਵਾਂਗ ਕਹਿੰਦੇ ਵੀ ਬੜੇ ਸੁੰਦਰ ਨੇ। ਜਾਂ ਵਿਦ ਨਾਮ ਚੰਦਰਮਾ ਦਾ ਵੀ ਕਹਿੰਦੇ ਨੇ, ਜਦੋਂ ਅਰਥ ਕਰਨਾ ਵਿਦਵਾਨਾਂ ਨੇ, ਵੀ ਇਹ ਵਿਦ ਤੇ ਇਹ ਤਾਂ ਚੰਦਰਮਾ ਦੇ ਨਾਲੋਂ ਵੀ ਸੋਹਣੇ ਨੇ, ਮਾਨੋ ਵੀ ਅਵਤੰਸ਼ ਸੂਰਜ ਹੀ ਆਪ ਆਇਆ ਹੈ। ਹਰ ਗੋਬਿੰਦ ਸ੍ਰੀ ਅਰਜਨ ਨੰਦਨ, ਤੇ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਿਬਜ਼ਾਦੇ ਹੋਏ, ਉਹਨਾਂ ਦੇ ਗੁਰੂ ਹਰਗੋਬਿੰਦ ਸਾਹਿਬ ਸਨ। ਜਿਨਹੁ ਤੁਰਕ ਗਨ ਕੀਨ ਨਿਕੰਦਨ, ਜਿਸ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿੰਦੇ ਵੀ ਬਹੁਤ ਤੁਰਕਾਂ ਦਾ ਨਾਸ਼ ਕੀਤਾ, ਦੁਸ਼ਟਾਂ ਨੂੰ ਸੋਧਾ ਲਾਇਆ। ਤਿਨਕੇ ਸੁਤ ਸ੍ਰੀ ਤੇਗ ਬਹਾਦਰ, ਉਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਜੋ ਇਸ ਵੇਲੇ ਗੁਰਤਾ ਗੱਦੀ ਤੇ ਬਿਰਾਜਮਾਨ ਨੇ, ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਹਨ। ਜਿਨ ਭਗ ਪੂਜਹਿ ਬਹੁ ਜਗ ਸਾਦਰ, ਜਿਨ੍ਹਾਂ ਦੇ ਚਰਨ ਕਮਲਾਂ ਨੂੰ ਸਤਿਕਾਰ ਦੇ ਨਾਲ ਬਹੁਤੇ ਹੀ ਸੰਸਾਰ ਦੇ ਲੋਕ ਪੂਜਦੇ ਮਨਾਉਂਦੇ ਹਨ। ਸੋ ਪੂਰਬ ਕੀ ਦਿਸ਼ ਚਲ ਆਏ, ਤੇ ਉਹ ਜਿਹੜੇ ਅਣਜਾਣ ਜੇ ਪੁੱਛਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖ ਕੇ ਵੀ ਇਹ ਬਾਲਕ ਕੌਣ ਨੇ, ਤਾਂ ਜਾਣਕਾਰ ਕਹਿੰਦੇ ਨੇ ਵੀ ਉਹ ਨਾਵੇਂ ਸਤਿਗੁਰੂ ਇੱਥੇ ਜਗਤ ਦੀ ਕਲਿਆਣ ਕਰਨ ਲਈ ਪੂਰਬ ਵੱਲ ਨੂੰ ਆਏ ਸਨ ਚੱਲ ਕੇ। ਤਿਨਕੇ ਸੁਤ ਸ੍ਰੀ ਗੁਜਰੀ ਜਾਏ, ਇਹ ਉਸ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਨੇ ਤੇ ਸ੍ਰੀ ਮਾਤਾ ਗੁਜਰੀ ਦੇ ਜਾਏ ਹਨ। ਆਪਣੇ ਨਿਜ ਦੇਸ਼ ਪੰਜਾਬ ਸਿਧਾਰਨ, ਆ ਇਧਰ ਪੂਰਬ ਵੱਲ ਰਹੇ ਨੇ ਪਹਿਲਾਂ 5-6 ਸਾਲ, ਹੁਣ ਆਪਣੇ ਦੇਸ਼ ਪੰਜਾਬ ਨੂੰ ਆਨੰਦਪੁਰ ਸਾਹਿਬ ਨੂੰ ਜਾ ਰਹੇ ਹਨ। ਸੁਨ ਸੁਨ ਨਰਗਨ ਆਨੰਦ ਧਾਰਨ, ਤੇ ਇਸ ਤਰ੍ਹਾਂ ਜਿਨ੍ਹਾਂ ਨੂੰ ਨਹੀਂ ਸੀ ਪਹਿਲਾਂ ਪਤਾ, ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਸੁਣ ਸੁਣ ਕੇ ਬਹੁਤ ਹੀ ਆਨੰਦਿਤ ਹੁੰਦੇ ਆ। ਅਯੁੱਧਿਆ ਦੇ ਲੋਕ ਖੁਸ਼ ਹੋ ਗਏ ਮਹਾਰਾਜ ਸਾਹਿਬ ਦੇ ਸਰੂਪ ਨੂੰ ਵੇਖ ਕੇ। ਕੋ ਕਰ ਜੋਰਤ ਸੀਸ ਨਿਵਾਵ, ਕੋਈ ਹੱਥ ਜੋੜ ਜੋੜ ਕੇ ਬਾਲ ਸਤਿਗੁਰਾਂ ਦੇ ਚਰਨਾਂ ਤੇ ਸੀਸ ਨਿਵਾਉਂਦਾ ਨਮਸਕਾਰਾਂ ਕਰਦਾ ਕੋ ਹੈ। ਤਰ ਚੌਂਪ ਅਕੌਰ ਚੜਾਵੈ, ਕੋਈ ਬਹੁਤ ਚਾਅ ਦੇ ਨਾਲ ਭੇਟਾਵਾਂ ਲੈ ਕੇ ਆਉਂਦਾ ਹੈ ਕਿ ਮੇਰੇ ਘਰ ਦੀ ਕਮਾਈ ਸਫਲ ਹੋ ਜਾਊ ਜੇ ਮੈਂ ਕੁਝ ਨਾ ਅੱਗੇ ਭੇਟਾ ਕਰਦਿਆਂ। ਕਿਰਪਾ ਦ੍ਰਿਸ਼ਟ ਕੋ ਦੇਖਤ ਭਲੇ, ਤੇ ਜਿਹੜਾ ਵੀ ਕੋਈ ਆਉਂਦਾ ਹੈ ਪਾਤਸ਼ਾਹ ਸਾਰਿਆਂ ਵੱਲ ਕਿਰਪਾ ਭਰੀ ਨਿਗਾਹ ਦੇ ਨਾਲ ਤੱਕਦੇ ਹਨ। ਬਾਜ਼ਾਰ ਗਰੀਆਂ ਮਹਿ ਜਲੇ, ਆ ਫੇਰ ਜੋ ਅਯੁੱਧਿਆਪੁਰੀ ਹੈ ਉਹਦੇ ਵਿੱਚ ਗਲੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਵੀ ਸੈਰ ਕਰਨ ਜਾਂਦੇ, ਕਹਿ ਦਿੰਦੇ ਮਾਮੇ ਕਿਰਪਾਲ ਚੰਦ ਨੂੰ ਵੀ ਗਲੀਆਂ ਬਾਜ਼ਾਰਾਂ ਦੇ ਵਿੱਚ ਸਾਨੂੰ ਲੈ ਕੇ ਚੱਲੋ। ਵਹਿਰ ਕਰਿਓ ਡੇਰਾ ਸ਼ੁਭ ਥਾਨ, ਕਿਉਂਕਿ ਜਿਹੜਾ ਡੇਰਾ ਸੀ ਉਹ ਅਯੁੱਧਿਆਪੁਰੀ ਤੋਂ ਬਾਹਰ ਜੇ ਇਕਾਂਤ 'ਚ ਸੋਹਣਾ ਜਿਹਾ ਥਾਂ ਵੇਖ ਕੇ ਕੀਤਾ ਹੈ, ਤੇ ਉੱਥੋਂ ਚੱਲ ਕੇ ਕਈ ਵਾਰਾਂ ਫਿਰ ਗਲੀ ਬਾਜ਼ਾਰ ਵੇਖਣ ਵੀ ਆ ਜਾਂਦੇ ਨੇ। ਪੁੱਤਰ ਪਰੇ ਸਤਿਗੁਰ ਭਗਵਾਨ, ਆ ਭਗਵਾਨ ਪਰਮੇਸ਼ਰ ਦਾ ਰੂਪ ਜਿਨ੍ਹਾਂ 10ਵੇਂ ਥਾਂ ਤੇ ਗੁਰੂ ਰੂਪ ਪ੍ਰਗਟ ਹੋਣਾ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਤਰ ਪਏ ਅਯੁੱਧਿਆ ਨਗਰੀ ਵਿੱਚ। ਰੁਚਰ ਪਰਿਅੰਗ ਪੀਠ ਪਰ ਬੈਠੇ, ਆ ਸੋਹਣਾ ਪਲੰਘ ਮਹਾਰਾਜ ਦੇ ਲਈ ਵਿਛਾ ਕੇ ਸੋਹਣੀਆਂ ਵਿਛਾਈਆਂ ਤੇ ਹੋਰ ਵੱਡੇ ਵੱਡੇ ਸਰਾਣੇ ਧਰ ਦਿੱਤੇ। ਮਹਾਰਾਜ ਪਲੰਘੇ ਦੀ ਪਿੱਠ ਦੇ ਉੱਤੇ ਸਵਾਰ ਹੋ ਗਏ, ਭਾਵ ਚੌਂਕੜਾ ਮਾਰ ਕੇ ਬੈਠ ਗਏ। ਸਿੱਖ ਗਨ ਹੋਏ ਇਕੱਠ, ਤੇ ਜਦੋਂ ਮਹਾਰਾਜ ਦਾ ਬਾਹਰ ਡੇਰਾ ਲੱਗਾ ਤੇ ਅਯੁੱਧਿਆਪੁਰੀ ਦੇ ਜਿੰਨੇ ਵੀ ਸਿੱਖ ਸਨ ਸਾਰੇ ਹੀ ਇਕੱਠੇ ਹੋ ਗਏ ਸੰਗਤ ਦੇ ਰੂਪ ਵਿੱਚ। ਸਭ ਸੇਵਾ ਹਿਤ ਚੱਲ ਕਰ ਆਏ, ਆਪਸ ਵਿੱਚ ਉਹਨਾਂ ਸਲਾਹ ਕੀਤੀ ਵੀ ਚਲੋ ਆਪਣਾ ਫਰਜ਼ ਬਣਦਾ ਵੀ ਵੱਧ ਚੜ ਕੇ ਸੇਵਾ ਕਰੀਏ ਮਹਾਰਾਜ ਦੀ, ਸਤਿਗੁਰਾਂ ਦੇ ਸੇਵਕਾਂ ਦੀ, ਜੋ ਗੁਰੂ ਸਾਹਿਬ ਜੀ ਦੇ ਨਾਲ ਪਸ਼ੂ ਜਾਨਵਰ ਨੇ, ਬਲਦ ਘੋੜੇ ਊਂਠ ਆਦਿਕ, ਉਹਨਾਂ ਦੀ ਵੀ ਸੇਵਾ ਕਰੀਏ। ਚਾਵਰ ਚੋਣ ਕ੍ਰਿਤਾ ਦਿਕ ਲਿਆ, ਗੁਰੂ ਕੇ ਲੰਗਰ ਬਣਾਉਣ ਦੇ ਵਾਸਤੇ ਚੌਲ ਕਈ ਕਿਸਮਾਂ ਦੇ, ਫਿਰ ਮੈਦਾ ਆਦਿਕ, ਘਿਓ ਆਦਿਕ ਘੜੇ ਭਰ ਕੇ ਲੈ ਆਏ। ਤ੍ਰਿਣ ਦਾਨਾ ਕਰ ਬਹੁਤ ਬਟੋਰਾ, ਤ੍ਰਿਣ ਘਾਹ ਪੱਠੇ ਘੋੜਿਆਂ ਵਾਸਤੇ, ਬਲਦਾਂ ਦੇ ਲਈ, ਤੇ ਹੋਰ ਦਾਣਾ ਛੋਲੇ ਆਦਿਕ, ਕਣਕ ਆਦਿਕ ਬਹੁਤ ਬਟੋਰਾ ਬਹੁਤ ਇਕੱਠਾ ਕਰਕੇ ਲਿਆਂਦਾ। ਬੰਦੇ ਚਰਨ ਕਮਲ ਕਰ ਜੋਰਾ, ਤੇ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਦੇ ਅੱਗੇ ਭੇਟਾ ਕਰਕੇ ਨਮਸਕਾਰ ਕੀਤੀ ਸੰਗਤਾਂ ਨੇ। ਕੁਸ਼ਲ ਪ੍ਰਸ਼ਨ ਸੰਗਤ ਪ੍ਰਤ ਕੀਨਾ, ਕੁਸ਼ਲ ਪ੍ਰਸ਼ਨ ਸੰਗਤ ਪ੍ਰਤ ਕੀਨਾ, ਮਹਾਰਾਜ ਜੀ ਨੇ ਸੰਗਤ ਦੇ ਪ੍ਰਤੀ ਕੁਸ਼ਲ ਪ੍ਰਸੰਨਤਾ ਪੁੱਛੀ ਹੈ, ਸਵਾਲ ਕੀਤੇ ਹੈ
ਜਿਵੇਂ ਸੁਖ ਆਨੰਦ ਪੁੱਛਦੇ ਆ। ਹੋਰ ਸਧਾਰਨ ਬੋਲੀ 'ਚ ਅੱਜ ਕੱਲ੍ਹ ਕਹਿ ਦਿੰਦੇ ਵੀ ਹਾਲ ਚਾਲ ਜਿਵੇਂ ਪੁੱਛੀਦਾ ਹੈ, ਕਿਸੇ ਦਾ ਦੁੱਖ ਸੁੱਖ ਜਾਣੀਦਾ। ਮਹਾਰਾਜ ਸਾਹਿਬ ਜੀ ਨੇ ਕੁਸ਼ਲ ਪ੍ਰਸੰਨਤਾ ਪੁੱਛੀ ਹੈ, ਸੁਖ ਆਨੰਦ ਜਾਣੀ ਸੰਗਤ ਦੀ। ਸੁਣ ਆਨੰਦ ਸਭ ਹਨ ਕਹਿ ਦੀਨਾ। ਮਹਾਰਾਜ ਨੇ ਜਦੋਂ ਪੁੱਛਿਆ, ਸਾਰੀ ਸੰਗਤ ਨੇ ਕਿਹਾ ਮਹਾਰਾਜ ਤੁਹਾਡੀ ਕਿਰਪਾ ਨਾਲ ਆਨੰਦ ਹੀ ਬਣਿਆ ਹੋਇਆ ਹੈ। ਬੈਠੇ ਕਿਤਕ ਕਾਲ ਗੁਰ ਤੀਰ। ਕਿੰਨਾ ਹੀ ਸਮਾਂ ਮਹਾਰਾਜ ਦੇ ਕੋਲ ਹੀ ਸੰਗਤ ਬੈਠੀ ਰਹੀ ਅਯੁੱਧਿਆਪੁਰੀ ਦੀ। ਭਈ ਆਨ ਕਰ ਧੀਰ ਗੰਭੀਰ। ਆ ਇੱਕ ਤਾਂ ਪ੍ਰੇਮੀ ਸਿੱਖ ਆ ਰਹੇ ਨੇ, ਇੱਕ ਹੋਰ ਜਿਹੜੇ ਵੇਖਣ ਦੇ ਲਈ ਵੀ ਸਾਹਿਬਜ਼ਾਦੇ ਬੜੇ ਸੋਹਣੇ ਹਨ। ਬਹੁਤ ਸਾਰੇ ਲੋਕਾਂ ਦੀ ਭੀੜ ਗੁਰਾਂ ਦੇ ਦੁਆਲੇ ਇਕੱਠੀ ਹੋ ਗਈ। ਹਰਖਤ ਸਭ ਦਰਸ਼ਨ ਕੋ ਕਰੈ। ਤੇ ਮਹਾਰਾਜ ਦਾ ਦਰਸ਼ਨ ਕਰਕੇ ਬੜੇ ਖੁਸ਼ ਹੁੰਦੇ ਆ, ਬਹੁਤ ਹੀ ਹੱਸਦੇ ਹਨ। ਬੜਾ ਸੋਹਣਾ ਮਹਾਰਾਜ ਸਾਹਿਬ ਜੀ ਦਾ ਗਰਠਿਆ ਹੋਇਆ ਸਰੀਰ ਹੈ। ਉਮਰ ਭਾਵੇਂ ਸਤਿਗੁਰੂ ਸਾਹਿਬ ਜੀ ਦੀ 7 ਵਰ੍ਹਿਆਂ ਦੇ ਨੇੜੇ ਹੀ ਹੈ, ਪਰ ਸਰੀਰ ਮਹਾਰਾਜ ਸਾਹਿਬ ਜੀ ਦਾ ਬੜਾ ਸੋਹਣਾ ਉੱਚਾ ਲੰਮਾ ਹੈ। ਯਥਾ ਸ਼ਕਤ ਭੇਟਨ ਕੋ ਧਰੈ। ਆ ਜਿੰਨੀ ਕਿਸੇ ਦੀ ਕੋਈ ਸ਼ਕਤੀ ਹੈ, ਜਿੰਨਾ ਕੁ ਘਰ ਦੇ ਵਿੱਚੋਂ ਸਰਦਾ ਬਣਦਾ, ਮਹਾਰਾਜ ਨੂੰ ਪ੍ਰੇਮ ਭੇਟਾ ਅੱਗੇ ਰੱਖਦੇ ਹਨ। ਇਤਨੇ ਮਹਿ ਬੰਦਰ ਗਨ ਆਏ। ਉੱਥੇ ਬਾਹਰ ਬੈਠੇ ਸਨ ਤਾਂ ਕੀ ਵੇਖ ਰਹੇ ਨੇ, ਜੰਗਲੀ ਇਲਾਕਾ ਇਹ ਵੀ ਬਹੁਤ ਸਾਰੇ ਬੰਦਰ ਮਨੁੱਖਾਂ ਨੂੰ ਵੇਖ ਕੇ ਆ ਗਏ ਨੇੜੇ। ਤਿਨ ਕੋ ਦੇਖ ਪ੍ਰਭੂ ਤੇ ਬਿਕਸਾਏ। ਬਹੁਤ ਬੰਦਰਾਂ ਦੀ ਟੋਲੀ ਆਈ ਵੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਹੀ ਖੁਸ਼ ਹੋਏ ਹਨ। ਨਿਕਟ ਹੇਰ ਬੇਹੇਤ ਤੇ ਤਮਾਸ਼ਾ। ਆਪਣੇ ਨੇੜੇ ਹੀ ਇਹਨਾਂ ਬਾਂਦਰਾਂ ਦਾ ਤਮਾਸ਼ਾ ਵੇਖਣ ਦੇ ਵਾਸਤੇ ਚਨੇ ਗਿਰਾਵਤ ਭੇਤਨ ਪਾਸਾ। ਮਹਾਰਾਜ ਨੇ ਕਿਹਾ ਵੀ ਇਹ ਅਸੀਂ ਵੇਖਣਾ ਹੈ ਵੀ ਇਹ ਬਾਂਦਰ ਆਪਸ ਵਿੱਚ ਕਿਵੇਂ ਖੇਡਦੇ ਲੜਦੇ ਹਨ। ਵੀ ਇਹ ਜੋ ਖਾਂਦੇ ਨੇ ਦੋ ਮਹਾਰਾਜ ਦਾ ਹੁਕਮ ਮੰਨ ਕੇ ਛੋਲੇ ਆਦਿਕ ਚਣੇ ਆਦਿਕ ਉਹਨਾਂ ਦੇ ਅੱਗੇ ਸੁੱਟੇ। ਹੇਤ ਧਾਏ ਮਿਲ ਗਏ। ਤੇ ਚਣਿਆਂ ਦਾ ਛੋਲਿਆਂ ਦਾ ਬਹੁਤਾ ਹੀ ਇਹ ਬਾਂਦਰ ਪਿਆਰ ਜਿਹਾ ਕਰਦੇ ਆ। ਤੇ ਖਾਣ ਵਾਸਤੇ ਜਦੋਂ ਵੇਖਿਆ ਨਾ ਵੀ ਮੁੱਠਾਂ ਭਰ ਭਰ ਕੇ ਕਿੰਨਾ ਹੀ ਸੁੱਟ ਦਿੱਤਾ, ਉਹ ਦੂਰ ਸਨ ਜਿਹੜੇ ਟੋਲਾ ਬੰਦਰਾਂ ਦਾ, ਦੌੜ ਕੇ ਖਾਣ ਲਈ ਆਏ ਹਨ। ਉਹ ਆਪਸ ਮਹਿ ਲੜਤੇ ਭਏ। ਤੇ ਕਈ ਤਾਂ ਆਪਸ ਵਿੱਚ ਹੀ ਲੜਨ ਲੱਗ ਪਏ, ਜਿਵੇਂ ਇੱਕ ਦੂਸਰੇ ਕੋਲੋਂ ਖੋਹ ਕੇ ਖਾਂਦੇ ਹੁੰਦੇ ਆ। ਸਭ ਸਤ ਗੁਰ ਗੁਰ ਦਿਓ ਗੁੜ ਕੋ ਮੰਗਵਾਏ। ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਹੋਰ ਕਿ ਇਹਨਾਂ ਦੀ ਲੜਾਈ ਵੇਖੀਏ ਆਪਸ ਦੇ ਵਿੱਚ ਕਿਵੇਂ ਬਾਂਦਰ ਲੜਦੇ ਆ, ਤਾਂ ਕਹਿੰਦੇ ਵੀ ਗੁੜ ਪਾਓ ਇਹਨਾਂ ਦੇ ਅੱਗੇ ਹੁਣ। ਦੇਖਣ ਲੜਾਈ ਦਿਓ ਧਰਾਏ। ਆ ਬਾਂਦਰਾਂ ਦੀ ਲੜਾਈ ਵੇਖਣ ਦੇ ਲਈ, ਇਹ ਤਮਾਸ਼ਾ ਵੇਖਣ ਦੇ ਲਈ ਬਾਲ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਂਦਰਾਂ ਅੱਗੇ ਗੁੜ ਪਵਾ ਦਿੱਤਾ। ਤਬ ਕਪ ਕੂਦ ਪਰੇ ਬਲਵੰਤੇ। ਤੇ ਉਸੇ ਵੇਲੇ ਕਹਿੰਦੇ ਵੀ ਜਿਨ੍ਹਾਂ 'ਚ ਤਾਂ ਤਾਕਤ ਸੀ ਉਹ ਤਾਂ ਛਾਲਾਂ ਮਾਰਦੇ, ਦੂਜਿਆਂ ਨੂੰ ਪਛਾਣ ਕਰਦੇ ਅੱਗੇ ਆ ਗਏ। ਇੱਕ ਕਾਟਤ ਇੱਕ ਭਾਜ ਚਲੰਤੇ। ਆ ਇੱਕ ਕਹਿੰਦੇ ਵੀ ਭੱਜ ਕੇ ਅੱਗੇ ਆਉਂਦਾ ਹੈ ਵੀ ਇਹ ਗੁੜ ਦੀ ਭੇਲੀ ਜੀ ਮੈਂ ਲੈ ਜਾਣੀ ਹੈ ਸਾਰੀ। ਤੇ ਇੱਕ ਦੂਸਰਾ ਅੱਗੋਂ ਨੂੰ ਕੱਟ ਦਾ ਦੰਦੀ ਵੱਢਦਾ ਹੈ ਵੀ ਪਰਾਂ ਹੋਏ ਹੁਣ ਮੇਰੀ ਹੈ। ਇੱਕ ਚਿੰਕਤ ਬੜ ਸ਼ਬਦ ਉਠਾਵੈ। ਆ ਇੱਕ ਕਈ ਚੀਕਾਂ ਮਾਰਦੇ, ਚਿੰਗਾਰੀਆਂ ਮਾਰਦੇ ਤੇ ਬਹੁਤਾ ਹੀ ਸ਼ਬਦ ਉਠਾਉਂਦੇ ਨੇ, ਮਾਨੋ ਆਪਣੇ ਹੋਰ ਸਾਥੀਆਂ ਨੂੰ ਆਵਾਜ਼ ਮਾਰ ਰਹੇ ਹੁਣ ਵੀ ਆ ਜਾਓ ਇੱਥੇ ਚੰਗਾ ਪਕਵਾਨ ਮਿਲ ਰਿਹਾ ਜੇ। ਇੱਕ ਦਰ ਪਰੇ ਸ਼ੀਨ ਇੱਕ ਖਾਵੈ। ਆ ਇੱਕ ਆਪਸ ਵਿੱਚ ਹੀ ਲੜੀ ਜਾਂਦੇ ਆ। ਇੱਕ ਕਈ ਬਾਂਦਰ ਆਉਂਦੇ ਆ ਟਪੂਸੀਆਂ ਮਾਰਦੇ ਤੇ ਖੋ ਖੋ ਕੇ ਇੱਕ ਦੂਜੇ ਕੋ ਖਾਈ ਜਾਂਦੇ ਆ ਛੋਲੇ ਤੇ ਗੋੜੇ ਆਦਿਕ। ਦੰਦ ਨਖਨ ਕੇ ਕਰਹਿ ਪ੍ਰਹਾਰਾ। ਕੋਈ ਦੰਦੀਆਂ ਦੇ ਨਾਲ ਪ੍ਰਹਾਰ ਕਰਦਾ, ਕੋਈ ਨੋਹਾਂ ਦੇ ਨਾਲ ਦੂਸਰੇ ਬਾਂਦਰਾਂ ਤੇ ਵਾਰ ਕਰਦਾ ਏ। ਨਿਸਿਓ ਸ਼ਰੋਣਤ ਕਿਸਤਨ ਢਾਰ। ਕਈਆਂ ਦੇ ਤਾਂ ਕਹਿੰਦੇ ਸਰੀਰ ਦੇ ਵਿੱਚੋਂ ਉਸ ਵੇਲੇ ਨਿਕਸਿਓ ਸ਼ਰੋਣਤ ਕਿਸ ਤਨ ਫਾਰਾ, ਕਈਆਂ ਦੇ ਸਰੀਰ ਪਾਟ ਗਏ ਤੇ ਉਹਨਾਂ ਲੌਂਦਰਾਂ ਦੇ ਨਾਲ, ਦੰਦੀਆਂ ਦੇ ਨਾਲ ਤਾਂ ਲਹੂ ਨਿਕਲ ਆਇਆ। ਬਦਨ ਨਿਤੰਬ ਲਾਲ ਜਿਨ ਰੰਗ। ਜਿਨ੍ਹਾਂ ਬਾਂਦਰਾਂ ਦੇ ਚਿਹਰੇ ਵੀ ਤੇ ਤਬਲਬਾਜ਼ ਵੀ ਲਾਲ ਰੰਗ ਦੇ ਹਨ। ਕਰਦਤ ਆਪਸ ਮਹਿ ਕਰ ਜੰਗ। ਕਹਿੰਦੇ ਬੜੇ ਕ੍ਰੋਧਿਤ ਹੋ ਕੇ ਆਪਸ ਦੇ ਵਿੱਚ ਜੰਗ ਕਰਦੇ ਨੇ। ਦੇਖ ਦੇਖ ਸ੍ਰੀ ਗੁਰ ਬਿਗਸਾਵੈ। ਵੇਖ ਵੇਖ ਕੇ ਮਹਾਰਾਜ ਸਾਹਿਬ ਬਹੁਤਾ ਹੀ ਖੁਸ਼ ਹੁੰਦੇ, ਹੱਸਦੇ ਹਨ ਬਾਂਦਰਾਂ ਦੀ ਖੇਡ ਵੇਖ ਕੇ ਵੀ ਕਿਵੇਂ ਆਪਸ ਵਿੱਚ ਖਹਿੰਦੇ ਹਨ। ਮਾਤੁਲ ਸੰਗ ਕਹੈ ਦਿਖਰਾਵੈ। ਤੇ ਵਾਰ-ਵਾਰ ਮਾਮੇ ਕਿਰਪਾਲ ਚੰਦ ਨੂੰ ਕਹਿ ਕੇ ਕਹਿੰਦੇ ਮਾਮਾ ਜੀ ਉਹ ਵੇਖੋ ਉਹਨੇ ਉਹਨੂੰ ਢਾਲਿਆ, ਉਹਨੇ ਉਹਦੇ ਕੋ ਵੇਖੋ ਖੋਹ ਲਿਆ,
ਇਦਾਂ ਬਾਂਦਰਾਂ ਦਾ ਤਮਾਸ਼ਾ ਵੇਖ ਵੇਖ ਖੁਸ਼ ਹੁੰਦੇ ਨੇ। ਦਲ ਕਟਕਾ ਲਗ ਪਰਚੇ ਰਹੇ। 2 ਘੜੀਆਂ ਤੀਕਰ ਕਹਿੰਦੇ ਵੀ ਇਦਾਂ ਪਰਚੇ ਰਹੇ ਮਹਾਰਾਜ, ਭਾਵੇਂ ਘੰਟਾ ਪੌਣਾ ਘੰਟੇ ਦਾ ਸਮਾਂ ਐਵੇਂ ਬਾਂਦਰਾਂ ਨੂੰ ਕੁਝ ਨਾ ਕੁਝ ਪਾਉਂਦੇ ਰਹੇ ਤੇ ਉਹਨਾਂ ਦਾ ਤਮਾਸ਼ਾ ਵੇਖਦੇ ਰਹੇ। ਤੋਤ ਵਿਚਰਤ ਪੁਨ ਥਿਰ ਬਹੇ। ਇਧਰ ਉਧਰ ਫਿਰ ਵਿਚਰਦੇ ਰਹੇ, ਵੇਖਦੇ ਰਹੇ, ਫਿਰ ਮਹਾਰਾਜ ਟਿਕ ਕੇ ਬੈਠ ਗਏ। ਜਥਾ ਜੋਗ ਸੰਗਤ ਕੇ ਸਾਥ। ਬਾਕੀ ਜੋ ਸੰਗਤਾਂ ਆਈਆਂ ਸਨ, ਜਿੰਨਾ ਕਿਸੇ ਦੇ ਨਾਲ ਜੋਗ ਬਣਦਾ ਹੈ, ਕਿਰਪਾ ਕਰਤ ਬੋਲੇ ਗੁਰਨਾਥ। ਕਿਰਪਾ ਕਰਦੇ ਹੋਏ ਸਾਰਿਆਂ ਨਾਲ ਜਿੰਨਾ ਕੁ ਜੋਗ ਸੀ, ਕੋਈ ਬਚਨ ਬਲਾਸ, ਕੋਈ ਗੱਲਬਾਤ ਕਰਦੇ ਨੇ ਮਹਾਰਾਜ। ਸੰਧਿਆ ਭਾਈ ਸੋ ਭੋਜਨ ਭਾਏ। ਜਦੋਂ ਸੰਧਿਆ ਦਾ ਸਮਾਂ ਹੋ ਗਿਆ, ਲਾਂਗਰੀਆਂ ਨੇ ਲੰਗਰ ਤਿਆਰ ਕਰਕੇ ਨਗਾਰਾ ਵਜਾਤਾ। ਸੋਪਕਾਰ ਭਰ ਥਾਰ ਹੀ ਲਾਇਓ। ਰਸੋਈਆ ਜਿਹੜਾ ਸੀ ਥਾਲ ਭਰ ਕੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਲਈ ਲੈ ਆਇਆ ਵੀ ਮਹਾਰਾਜ ਛਕੋ ਆਪ, ਫਿਰ ਸਾਰੀ ਸੰਗਤ ਛਕੇ। ਆਨ ਅਚਾਵਨ ਕਰ ਤ੍ਰਿਪਤਾਏ। ਮਹਾਰਾਜ ਸਾਹਿਬ ਜੀ ਨੂੰ ਭੋਜਨ ਛਕਾ ਕਰਕੇ ਜਿੰਨੀ ਸਤਿਗੁਰੂ ਸਾਹਿਬ ਦੀ ਰੁਚੀ ਸੀ ਐਨ ਤ੍ਰਿਪਤ ਹੋ ਕੇ ਰੱਜ ਕੇ ਛਕਿਆ। ਭਾਈ ਜਾਮਨੀ ਗੁਰ ਸੁਪਤਾਏ। ਰਾਤ ਦਾ ਸਮਾਂ ਹੋਇਆ, ਮਹਾਰਾਜ ਸਾਹਿਬ ਜੀ ਪਲੰਘੇ ਤੇ ਬਿਰਾਜਮਾਨ ਹੋ ਗਏ, ਸੌਂ ਗਏ ਸੁਖ ਲੈਣ ਲਈ। ਪਹਿਰੋਦਾਰ ਖੜੇ ਹੋਏ ਰਹੇ। ਬਾਂਦਰ ਇਧਰ ਆਮ ਹੀ ਟੋਲੀਆਂ ਜੀਆਂ ਬਾਂਦਰਾਂ ਦੀਆਂ ਤੁਰੀਆਂ ਫਿਰਦੀਆਂ ਨੇ, ਇਸ ਕਰਕੇ ਪਹਿਰੇਦਾਰ ਰਾਤ ਜਾਗਦੇ ਰਹੇ ਵੀ ਇੱਥੇ ਧਿਆਨ ਰੱਖਣਾ ਹੈ ਵੀ ਇਹ ਸ਼ਰਾਰਤੀ ਕੌਮ ਹੈ ਬਾਂਦਰਾਂ ਦੀ। ਸਗਰੀ ਵਸਤ ਸੁਚੇਤੀ ਵੀ ਲਹੇ। ਹਰ ਇੱਕ ਵਸਤੂ ਦਾ ਸੁਚੇਤ ਹੋ ਕੇ ਧਿਆਨ ਰੱਖਣਾ ਹੈ ਵੀ ਇਹ ਨਾ ਹੋਵੇ ਤੁਹਾਡੇ ਕੱਪੜੇ ਲੀੜੇ ਚੁੱਕ ਕੇ ਲੈ ਜਾਂਦੇ ਹੁਣ ਰਾਤ ਨੂੰ। ਪੁਨਿ ਪ੍ਰਾਤ ਕੋ ਜਾਗ ਸ਼ਨਾਨੇ। ਇਸ ਤਰ੍ਹਾਂ ਸਾਰੀ ਰਾਤ ਕੁਝ ਸਿੱਖ ਪਹਿਰਾ ਦਿੰਦੇ ਰਹੇ। ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਜੀ ਤੇ ਸੰਗਤ ਜਾਗੀ, ਇਸ਼ਨਾਨ ਕੀਤਾ ਸਭ ਨੇ। ਕਰ ਤਿਆਰੀ ਮਾਰਗ ਪ੍ਰਸਥਾਨੇ। ਇਸ ਤਰ੍ਹਾਂ ਅਯੁੱਧਿਆ ਤੋਂ ਤਿਆਰੀ ਕਰਕੇ ਅੱਗੇ ਮਾਰਗ ਨੂੰ ਚੱਲ ਪਏ। ਰਾਮ ਨਗਰ ਮਗ ਕੋ ਉਲਗੰਤੇ। ਤੇ ਪਾਤਸ਼ਾਹ ਰਾਹ ਵਿੱਚ ਕੋਈ ਨਗਰ ਆਉਂਦਾ ਹੈ, ਕੋਈ ਪਿੰਡ ਆਉਂਦਾ ਹੈ, ਕੋਈ ਸ਼ਹਿਰ ਆਉਂਦਾ, ਸਾਰਿਆਂ ਨੂੰ ਲੰਘਦਿਆਂ ਹੋਇਆਂ ਜਾ ਰਹੇ ਨੇ। ਸਨੇ ਸਨੇ ਮੁਖ ਸਹਿਤ ਚਲੰਤੇ। ਸਨੇ ਸਨੇ ਹੋ ਸੁਖ ਸਹਿਤ ਚਲੰਤੇ। ਸੁਖ ਦੇ ਨਾਲ ਸਹਿਜੇ ਸਹਿਜੇ ਜਾ ਰਹੇ ਨੇ, ਵੀ ਬਹੁਤੀ ਕਾਹਲੀ ਨਹੀਂ ਕਰ ਰਹੇ। ਜਿਵੇਂ ਨਾਵੇਂ ਪਾਤਸ਼ਾਹ ਨੇ ਕਿਹਾ ਸੀ ਵੀ ਸਹਿਜੇ ਹੀ ਆਉਣਾ ਹੈ। ਹਰਿਦੁਆਰ ਸ਼੍ਰੀ ਗੰਗਾ ਜਹਾਂ। ਫਿਰ ਚੱਲਦਿਆਂ ਹੋਇਆਂ ਅਯੁੱਧਿਆ ਤੋਂ ਗੰਗਾ ਦੇ ਕਿਨਾਰੇ ਤੇ ਉੱਥੇ ਪਹੁੰਚ ਗਏ ਜਿੱਥੇ ਹਰਿਦੁਆਰ ਹਰਦੁਆਰ ਤੀਰਥ ਹੈ। ਚਲ ਕਰ ਆਏ ਪਹੁੰਚੇ ਤਹਾਂ। ਮੰਜ਼ਲਾ ਨੂੰ ਤੈਅ ਕਰਦਿਆਂ ਚੱਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਹਰਦੁਆਰ ਪਹੁੰਚੇ ਹਨ। ਮਾਇਆਪੁਰੀ ਕੋ ਮਹਾ ਮਹਾਤਮ। ਇਥੋਂ ਬਾਰ-ਬਾਰ ਜੇ ਮਾਇਆਪੁਰੀ ਦਾ ਜਿਹਦਾ ਬੜਾ ਮਹਾਤਮ ਹੈ, ਮਾਇਆਪੁਰੀ ਕਹਿੰਦੇ ਹਨ। ਪੁਰਾਣੀ ਇੱਕ ਨਗਰੀ ਸੀ ਜਿਸ ਦੇ ਜਿਹੜੇ ਖੰਡਰਾਤ ਹਰਦੁਆਰ ਤੋਂ ਹੇਠਾਂ ਨੂੰ ਕਲਖਲ ਦੇ ਰਸਤੇ ਵਿੱਚ ਆਉਂਦੇ ਨੇ, ਉਹਨੂੰ ਮਾਇਆਪੁਰੀ ਕਹਿ ਦਿੰਦੇ, ਜਿਹਦਾ ਬੜਾ ਹੀ ਮਹਾਤਮ ਹੈ। ਦਰਸ਼ਨ ਪਰਸਨ ਤੇ ਸੁਧ ਆਤਮ। ਜਿਹੜੇ ਸਨਾਤਨ ਧਰਮ ਦੇ ਲੋਕ ਨੇ ਉਹਨਾਂ ਦਾ ਨਿਸ਼ਚਾ ਹੈ ਵੀ ਇਸ ਪੁਰੀ ਦੇ ਦਰਸ਼ਨ ਕਰਨ ਦੇ ਨਾਲ, ਇਥੋਂ ਦੀ ਚਰਨ ਛੋਹ ਪ੍ਰਾਪਤ ਕਰਨ ਦੇ ਨਾਲ ਤੇ ਆਤਮਾ ਹੀ ਸ਼ੁੱਧ ਹੋ ਜਾਂਦਾ ਹੈ। ਉਤਰਿਓ ਸਿਵਰ ਗੁਰੂ ਕੋ ਆਏ। ਉਸ ਮਹਾਰਾਜ ਸਾਹਿਬ ਪੁਰੀ ਦੇ ਵਿੱਚ ਆਣ ਕੇ ਉਤਰੇ ਆ, ਸਤਿਗੁਰਾਂ ਦਾ ਡੇਰਾ ਲੱਗ ਗਿਆ। ਸੁਣ ਕਰ ਸਿੱਖ ਜੀ ਔਰ ਹਰ ਖਾਏ। ਜਿਹੜੇ ਉੱਥੇ ਹਰਦੁਆਰ, ਕਿਉਂਕਿ ਇੱਥੇ ਬਹੁਤ ਸਿੱਖੀ ਸੀ, ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਜੀ ਦੇ ਵੀ ਇੱਧਰ ਚਰਨ ਪਏ ਨੇ ਮੁਬਾਰਕ। ਤੇ ਇਧਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਉਧਰ ਗਏ ਸੀ ਅੱਗੇ ਲੰਘ ਕੇ। ਸੋ ਸਾਰੇ ਸਿੱਖ ਇਲਾਕੇ ਦੇ ਸੁਣ ਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਬਜ਼ਾਦੇ ਆਏ ਨੇ, ਗੁਰੂ ਗੋਬਿੰਦ ਸਿੰਘ ਜੀ। ਬਹੁਤ ਖੁਸ਼ ਹੋਈ ਸੰਗਤ। ਦਰਸ਼ਨ ਦੇਖ ਦੇਖ ਸੁਖ ਪਾਇਓ। ਦਰਸ਼ਨ ਕਰ ਕੇ ਮਹਾਰਾਜ ਦੇ ਬਹੁਤਾ ਸੁਖ ਮੰਨਿਆ। ਜਥਾ ਸਖਤ ਕਰ ਦਰਬ ਚੜਾਇਓ। ਜਿੰਨਾ ਕਿਸੇ ਦੀ ਕੋਈ ਸਮਰੱਥਾ ਸੀ ਉਹਨੇ ਆਪਣੇ ਹੱਥੀ ਧਨ ਲੈ ਕੇ ਗੁਰਾਂ ਨੂੰ ਭੇਟਾ ਕਰ ਦਿੱਤਾ। ਅਪਰ ਸੇਵਕੋ ਕਰੀ ਸੰਭਾਲ। ਬਾਕੀ ਹੋਰ ਜੋ ਸੇਵਾ ਸੀ ਉਹ ਵੀ ਸਾਰੀ ਸੰਭਾਲ ਲਈ ਵੀ ਗੁਰਾਂ ਦੀ ਸੇਵਾ ਲੁੱਟ ਲਈਏ। ਅਪਰ ਲੋਕ ਬਹੁ ਕਰਤ ਨਿਹਾਰ। ਹੋਰ ਕਈ ਲੋਕ ਆਇਆ ਕਿ ਮਹਾਰਾਜ ਸਾਹਿਬ ਜੀ ਨੂੰ ਵੇਖ ਰਹੇ ਨੇ, ਭਾਵੇਂ ਜਿਹੜੇ ਸਿੱਖ ਨਹੀਂ ਵੀ ਹਨ। ਵਿਸਾ ਕੀਨ ਵਿਸਰਾਮ ਗੁਸਾਈ। ਮਹਾਰਾਜ ਸਾਹਿਬ ਨੇ ਰਾਤ ਦੇ ਸਮੇਂ ਇੱਥੇ ਟਿਕਾਣਾ ਕੀਤਾ, ਵਿਸ਼ਰਾਮ ਕਰ ਲਿਆ। ਰਾਤ ਉਠੇ ਕਰ ਸੋਚ ਸਬਾਈ। ਅੰਮ੍ਰਿਤ ਵੇਲਾ ਹੋਇਆ, ਮਹਾਰਾਜ ਸਮੇਤ ਸਾਰਿਆਂ ਨੇ ਇਸ਼ਨਾਨ ਕੀਤਾ ਹੈ। ਸਰ ਪਾਵਨ ਜਲ ਮਹਿ ਮੱਝਾਂ। ਜੋ ਗੰਗਾ ਨਦੀ
ਉੱਥੇ ਵਹਿ ਰਹੀ ਹੈ, ਉਸ ਪਾਣੀ ਦੇ ਵਿੱਚ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ। ਜਿਸ ਪਰ ਸੇ ਸਭ ਕੇ ਅਗ ਭਜਨ। ਆ ਜਿਹਦੇ ਵਿੱਚ ਕਹਿੰਦੇ ਵੀ ਨਹਾਉਣ ਦੇ ਨਾਲ ਆਮ ਲੋਕਾਂ ਦਾ ਨਿਸ਼ਚੈ ਵੀ ਪਾਪ ਭੱਜ ਜਾਂਦੇ ਹਨ, ਪਰ ਉਹ ਸਤਿਗੁਰੂ ਸਾਹਿਬ ਦੇ ਚਰਨਾਂ ਦੀ ਛੋਹ ਦੇ ਨਾਲ ਗੰਗਾ ਦੇ ਹੀ ਪਾਪ ਭੱਜ ਜਾਂਦੇ ਨੇ। ਕਹਿ ਮਹਿਮਾ ਤਬ ਲਾਉਂਦਿਜ ਆਏ। ਆ ਉਸ ਵੇਲੇ ਕਹਿੰਦੇ ਜਦੋਂ ਪਤਾ ਲੱਗਾ ਬ੍ਰਾਹਮਣਾਂ ਨੂੰ ਵੀ ਉਹ ਵੀ ਚੱਲ ਕੇ ਆਵੇ ਵੀ ਗੁਰੂ ਸਾਹਿਬ ਜੀ ਆਏ ਨੇ, ਖਬਰ ਹੋਈ ਜਾਂਦੀ। ਕਹਿੰਦੇ ਕਾਂਛੀ 'ਚ ਬਹੁਤ ਦੇ ਕੇ ਆਏ ਮਾਲੇ ਤਾਂ ਜਾਚਤ ਭਏ ਦਰਬ ਸਮੁਦਾਇ। ਹੈਗੇ ਵਿਦਵਾਨ ਸੀ ਪਰ ਮੰਗਤਿਆਂ ਵਾਂਗ ਮੰਗਣ ਲੱਗ ਪਏ। ਸਤਿਗੁਰੂ ਨੇ ਇਹੀ ਕਰੀਤੀ ਬੰਦ ਕੀਤੀ ਸੀ। ਮਹਾਰਾਜ ਨੂੰ ਕਹਿੰਦੇ ਸਾਨੂੰ ਵੀ ਕੁਝ ਦਿਓ। ਮਹਾਰਾਜ ਪਿੱਛੇ ਤਾਂ ਸਰਬੰਸੀ ਦੇ ਆਏ ਹੋ। ਨਿਕਸ ਗੁਰੂ ਜਬ ਬਾਹਰ ਬੈਸੇ। ਆ ਜਦੋਂ ਮਹਾਰਾਜ ਸਾਹਿਬ ਜੀ ਇਸ਼ਨਾਨ ਕਰਕੇ ਤੇ ਬਾਹਰ ਆਣ ਕੇ ਆਪਣੇ ਆਸਣ ਤੇ ਬੈਠ ਗਏ। ਦੀਨ ਸਤਨ ਲੈ ਆਨੰਦ ਜੈਸੇ। ਮਹਾਰਾਜ ਸਾਹਿਬ ਜੀ ਆਨੰਦ ਵਿੱਚ ਨੇ, ਮਾਇਆ ਦਾ ਕੋਈ ਲੇਸ਼ ਮਾਤਰ ਵੀ ਮੋਹ ਨਹੀਂ ਹੈ। ਵੇਖਿਆ ਵੀ ਆਏ ਨੇ ਹੁਣ ਗੁਰੂ ਘਰ, ਜਿਹੜਾ ਵੀ ਆਸ ਲੈ ਕੇ ਆਵੇ ਮੁੜਦਾ ਨਹੀਂ ਹੈ। ਸਤਿਗੁਰਾਂ ਨੇ ਉਹਨਾਂ ਨੂੰ ਧਨ ਦਿੱਤਾ ਸਭ ਨੂੰ। ਇਸ ਪ੍ਰਕਾਰ ਦਿਨ ਕਿਤਕ ਬਤਾਏ। ਕਈ ਦਿਨ ਕਹਿੰਦੇ ਵੀ ਇੱਥੇ ਮਹਾਰਾਜ ਸਾਹਿਬ ਨੇ ਬਤੀਤ ਕੀਤੇ। ਕਰਿਓ ਕੂਚ ਪੁਨ ਪੰਥ ਸਿਧਾਏ। ਫਿਰ ਇੱਥੋਂ ਵੀ ਕੂਚ ਕਰਕੇ ਤਾਂ ਅੱਗੇ ਪੰਜਾਬ ਦੇ ਰਸਤੇ ਨੂੰ ਚੱਲ ਪਏ। ਦੋਏ ਮੰਜ਼ਲ ਕਰ ਪਹੁੰਚੇ ਤਹਾਂ। ਹਾਂ 2 ਮੰਜ਼ਲਾਂ ਕੀਤੀਆਂ, ਭਾਵ ਕਿ 12 ਕੋਹ ਦੀਆਂ 2 ਮੰਜ਼ਲਾਂ ਕਰਕੇ ਉੱਥੇ ਪਹੁੰਚ ਗਏ। ਸੂਰਜ ਸੁਤਾ ਪ੍ਰਵਾਹਤ ਜਹਾਂ। ਜਿੱਥੇ ਸੂਰਜ ਦੀ ਪੁੱਤਰੀ ਕਹੀ ਜਾਂਦੀ ਹੈ, ਸੂਰਜ ਦੀ ਭਾਵ ਧੀ ਜਮਨਾ ਦਾ ਪ੍ਰਵਾਹ ਵਗ ਰਿਹਾ ਹੈ। ਕਰ ਇਸ਼ਨਾਨ ਤਰਨੀ ਚੜ ਚਾਲੇ। ਆ ਉਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਸ਼ਨਾਨ ਕੀਤਾ ਤੇ ਬੇੜੀ ਵਿੱਚ ਚੜ ਕੇ ਪਾਰ ਹੋਣ ਲਈ ਚੱਲ ਪਏ। ਸ਼ਾਮਲ ਜਲ ਅਵਲੋਕ ਵਿਸਾਲੇ। ਕਾਲਾ ਰੰਗ ਦਾ ਪਾਣੀ ਦਾ ਦਿਖਦਾ ਪ੍ਰਤੀਤ ਹੁੰਦਾ। ਵੇਖਦਿਆਂ ਹੋਇਆਂ ਮਹਾਰਾਜ ਜਾ ਰਹੇ ਹਨ ਜਿਸ ਜਮਨਾ ਨੂੰ ਮਹਾਰਾਜ ਦੀ ਚਰਨ ਛੋਹ ਪੌਂਟਾ ਸਾਹਿਬ ਬੜਾ ਲੰਮਾ ਸਮਾਂ ਪ੍ਰਾਪਤ ਹੋਈ ਹੈ। ਜਬ ਉਰਾਰ ਉਤਰੇ ਗੁਰ ਆਏ। ਜਦੋਂ ਮਹਾਰਾਜ ਸਾਹਿਬ ਪਰਲੇ ਪਾਸਿਓਂ ਉਰਾਰ ਉਰਲੇ ਬੰਨੇ ਜਮਨਾ ਤੋਂ ਪਾਰ ਉਤਰ ਗਏ। ਸੰਗੇ ਪਹੁੰਚੇ ਤਬ ਸਮੁਦਾਇ। ਸਹਿਜੇ ਪਿਛਿਓਂ ਵੀ ਸਾਰਾ ਸੰਗ ਸਾਥ ਮਹਾਰਾਜ ਦੇ ਕੋਲ ਆਣ ਪਹੁੰਚਾ। ਹੋਏ ਅਸਵਾਰ ਚਲਨ ਜਬ ਲਾਗੇ। ਹਾਲੇ ਤਿਆਰ ਹੋ ਕੇ ਇਥੋਂ ਤੁਰਨ ਹੀ ਲੱਗੇ ਸਨ ਜਮਨਾ ਦੇ ਕੰਢੇ ਤੋਂ। ਪੰਥ ਬਹੀਰ ਭਿਆਨੋ ਆਗੇ। ਦੇ ਪੰਥ ਵਹੀਰ ਪਿਆਨੋ ਆਗੇ। ਜਿਹੜਾ ਵਹੀਰ ਸੀ ਉਹ ਅੱਗੇ ਰਾਹ ਵਿੱਚ ਆ ਗਿਆ ਤੇ ਪਿੱਛੇ ਮਹਾਰਾਜ ਤੁਰਨ ਲੱਗੇ ਸਨ। ਤਬੇ ਪਿਤਾ ਕੇ ਆਏ ਸੰਦੇਸੇ। ਉਸ ਹੀ ਵੇਲੇ ਇੱਕ ਕੋਈ ਸਿੱਖ ਆਇਆ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਦੇਸ਼ ਲੈ ਕੇ ਆਇਆ। ਭੇਜੇ ਜਬ ਦਿੱਲੀ ਸੋ ਪਰਵੇਸ਼ੇ। ਜਦੋਂ ਦਿੱਲੀ ਸ਼ਹਿਰ 'ਚ ਪ੍ਰਵੇਸ਼ ਕਰ ਗਏ ਸਨ ਉਦੋਂ ਹੀ ਇੱਕ ਸਿੱਖ ਨੂੰ ਭੇਜਿਆ ਸੀ ਵੀ ਜਾ ਤੂੰ ਸਾਡੇ ਵੱਲੋਂ ਸੁਨੇਹਾ ਦਵੀਂ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ। ਤੁਮਕੋ ਆਵਤ ਲੱਗੀ ਅਵਾਰੀ। ਵੀ ਤੁਹਾਨੂੰ ਪਟਨੇ ਤੋਂ ਆਉਂਦਿਆਂ ਹੋਇਆਂ ਬਹੁਤ ਦੇਰ ਲੱਗ ਗਈ ਹੈ ਪੰਜਾਬ ਵਿੱਚ। ਰਹੇ ਪ੍ਰਤੀਖਤ ਕਿਤਕ ਅਗਾਰੀ। ਅਸੀਂ ਕਿੰਨਾ ਹੀ ਅੱਗੇ ਉਡੀਕਦੇ ਰਹੇ ਵੀ ਹੁਣ ਆਏ ਮਿਲ ਕੇ ਜਾਵਾਂਗੇ। ਹਮ ਅਬ ਤੁਰਕੇਸ਼ਰ ਸਿਰ ਹੋਏ। ਪਰ ਹੁਣ ਇਉਂ ਹੈ ਵੀ ਅਸੀਂ ਤਾਂ ਹੁਣ ਜਿਹੜੇ ਤੁਰਕ ਨੇ ਨਾ ਜਿਹੜੇ ਦਿੱਲੀ ਵਿੱਚ ਬੈਠੇ ਹੈ ਆ ਹਮ ਅਬ ਤੁਰਕੇਸ਼ਰ ਸਿਰ ਹੋਏ। ਇਹਨਾਂ ਤੁਰਕੇਸ਼ਰਾਂ ਦੇ ਸਿਰ ਤੇ ਭਾਂਡਾ ਭੰਨ ਕੇ। ਭਜਹਿ ਸ਼ਰੀਰ ਲਖੇ ਸਭ ਕੋਏ। ਤਜਹਿ ਸਰੀਰ ਲਖੈ ਸਭ ਕੋਏ। ਕਹਿੰਦੇ ਵੀ ਆਪਣਾ ਸਰੀਰ ਤਿਆਗ ਕੇ ਜਾਵਾਂਗੇ ਸਭ ਦੇ ਵੇਖਦੇ ਆ। ਨਹੀਂ ਆਨੰਦਪੁਰ ਕਰੋ ਭਯਨ। ਤੇ ਮਹਾਰਾਜ ਵੱਲੋਂ ਸੰਦੇਸ਼ਾ ਇਹ ਆਇਆ ਵੀ ਹੁਣ ਤੁਸੀਂ ਸਿੱਧਾ ਆਨੰਦਪੁਰ ਨੂੰ ਨਾ ਜਾਣਾ ਕਰੋ। ਇੱਕ ਗ੍ਰਾਮ ਲਖਨੌਰ ਸਥਾਨ। ਆ ਇੱਕ ਲਖਨੌਰ ਨਾਮ ਦਾ ਜਿਹੜਾ ਨਗਰ ਹੈ ਇਹ ਮਹਾਰਾਜ ਦਾ ਨਾਨਕਾ ਨਗਰ ਸੀ। ਮਾਤਾ ਗੁਜਰੀ ਜੀ ਦਾ ਪੇਕੇ ਨਗਰ ਸੀ। ਬਾਅਦ ਚ ਕਰਤਾਰਪੁਰ ਆ ਗਏ ਸਨ। ਨਹੀਂ ਤਹਿ ਮਸੰਦ ਜੇਠਾ ਇੱਕ ਬਸ। ਇਹ ਸਿੱਖ ਰਾਹੀਂ ਸੰਦੇਸ਼ ਭੇਜਿਆ ਵੀ ਇਹ ਗੁਰੂ ਗੋਬਿੰਦ ਰਾਏ ਜੀ ਉੱਥੇ ਇੱਕ ਜੇਠਾ ਨਾਮ ਦਾ ਸਾਡਾ ਬੜਾ ਪ੍ਰੇਮੀ ਮਸੰਦ ਰਹਿੰਦਾ ਹੈ ਲਖਨੌਰ ਨਗਰ ਚ। ਇਸ ਆਵਾਸ ਮਹਿ ਕਰਹੁ ਨਿਵਾਸ। ਉਹਦੇ ਘਰ ਵਿੱਚ ਕਹਿੰਦੇ ਨਿਵਾਸ ਰੱਖੋ। ਜਿੱਥੇ ਮਹਾਰਾਜ ਸਾਹਿਬ ਜੀ ਜਾ ਕਰਕੇ ਜੋ ਨਾਨਕੇ ਨਗਰ ਦੇ ਵਿੱਚ ਘਰ ਸੀ ਉਹਦੇ ਵਿੱਚ ਹੀ ਰਹੇ ਸਨ। ਸੁਧ ਪਠੇ ਤੁਮਾਰੇ ਪਾਸ। ਤੇ ਫਿਰ ਮਹਾਰਾਜ ਕਹਿੰਦੇ ਦੁਬਾਰਾ ਤੁਹਾਨੂੰ ਅਸੀਂ ਕੋਈ ਸੁਨੇਹਾ ਜਦੋਂ ਭੇਜਣਾ ਕਰਾਂਗੇ। ਤਬ ਆਨੰਦਪੁਰ ਕਰਹੁ ਨਿਵਾਸ। ਤਦੋਂ ਫਿਰ ਲਖਨੌਰ ਤੋਂ ਚੱਲ ਕੇ ਆਨੰਦਪੁਰ ਸਾਹਿਬ ਨਿਵਾਸ ਕਰਿਓ। ਹੁਣ ਤੁਸੀਂ ਆਨੰਦਪੁਰ ਨਾ ਜਾਓ। ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਨੇਹਾ ਜਮਨਾ ਦੇ ਕੰਢੇ ਤੇ
ਇੱਕ ਸਿੱਖ ਨੇ ਆ ਕੇ ਦਿੱਤਾ। ਤਾਵਤ ਬਸੋ ਗ੍ਰਾਮ ਤਿਸ ਮਾਹੀ। ਤੇ ਜਦੋਂ ਫਿਰ ਦੁਬਾਰਾ ਮਹਾਰਾਜ ਕਹਿੰਦੇ ਅਸੀਂ ਕੋਈ ਤੁਹਾਨੂੰ ਸੁਨੇਹਾ ਭੇਜੀਏ, ਫੇਰ ਤੁਸੀਂ ਆਪਣੀ ਨਗਰੀ ਆਨੰਦਪੁਰ ਵਿੱਚ ਆ ਕਰਕੇ ਵਸਣਾ ਕਰੋ, ਨਿਵਾਸ ਕਰਿਓ, ਨਹੀਂ ਤੇ ਉਹਨਾਂ ਚਿਰ ਨਾਨਕੇ ਨਗਰ ਲਖਨੌਰ ਵਿੱਚ ਹੀ ਰਹੋ। ਅੱਗੇ ਗਮਨ ਕਰੋ ਕਿਮ ਆ ਨਾਹੀ। ਕਿਵੇਂ ਵੀ ਕਹਿੰਦੇ ਵੀ ਇੱਥੋਂ ਤੁਸੀਂ ਅੱਗੇ ਗਮਨ ਨਹੀਂ ਕਰਨਾ। ਸੁਨਤ ਨਾਨਕੀ ਮਨ ਜਦੋਂ ਬਿਸਮਾਈ। ਸਿੱਖ ਨੇ ਮਹਾਰਾਜ ਸਾਹਿਬ ਦੇ ਮਤਾਵਾਂ ਨੂੰ ਸੁਨੇਹਾ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਦਾ, ਇਹ ਸੁਣ ਕੇ ਮਾਂ ਨਾਨਕੀ ਬੜੀ ਇੱਕਦਮ ਹੈਰਾਨ ਹੋ ਗਈ। ਗੁਜਰੀ ਦ੍ਰਿਗ ਅੰਸੂ ਢਰ ਆਈ। ਮਾਤਾ ਗੁਜਰੀ ਜੀ ਸੁਣ ਕੇ ਦੇ ਨੇਤਲਾਂ ਚੋਂ ਜਲ ਵਹਿ ਤੁਰਿਆ, ਪਾਣੀ ਆ ਗਿਆ ਇੱਕਦਮ। ਸੰਕਟ ਬੜੋ ਪਾਏ ਭਰ ਸਵਾਸਾ। ਕਹਿੰਦੇ ਬਹੁਤ ਭਾਰੀ ਜਿਵੇਂ ਕੋਈ ਸੰਕਟ ਪੈ ਗਿਆ ਹੈ ਤੇ ਲੰਮੇ ਲੰਮੇ ਹੌਕੇ ਸਵਾਸ ਬੜੇ ਔਖੇ ਜਿਹੇ ਆਉਣ ਲੱਗ ਪਏ। ਸਿਓ ਤੂਰਨ ਹੁਤੋ ਹੁਲਾਸਾ। ਕਹਿੰਦੇ ਵੀ ਜਿਹੜਾ ਬੜਾ ਹੁਲਾਸ ਚਾਹ ਸੀ ਵੀ ਆਪਣੇ ਪੰਜਾਬ ਆਪਣੇ ਆਨੰਦਪੁਰ ਜਾ ਕੇ ਵਸਾਂਗੇ, ਇੱਕਦਮ ਹੀ ਉਹ ਸਾਰੀ ਖੁਸ਼ੀ ਖਤਮ ਹੋ ਗਈ। ਹੁਣ ਬੁਝਿਓ ਸਿੱਖ ਕਿਮ ਇਹ ਹੋਵਾ। ਤੇ ਕੁਝ ਕੁ ਸਮੇਂ ਬਾਅਦ ਹੌਸਲਾ ਕਰਕੇ ਮਾਤਾ ਜੀ ਪੁੱਛਣ ਲੱਗੇ ਸਿੱਖ ਨੂੰ ਜਿਹੜਾ ਸੁਨੇਹਾ ਲੈ ਕੇ ਆਇਆ ਵੀ ਇਹ ਸਾਰੀ ਗੱਲ ਕਿਵੇਂ ਹੋ ਗਈ, ਦਿੱਲੀ ਕਿਵੇਂ ਮਹਾਰਾਜ ਚਲੇ ਗਏ। ਇਸ ਵਿਦ ਮਹਿ ਸਤ ਗੁਰ ਕੋ ਜੋਵਾ। ਤੂੰ ਜਦੋਂ ਆਇਆ ਇਹ ਕਿਸ ਵਿਧੀ ਕਿਸ ਹਾਲਤ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੇਖਿਆ ਹੈ। ਸਰਬ ਬਿਰਤਾਂਤ ਸੁਨਾਵੋ। ਸਾਰੀ ਗੱਲ ਮਾਤਾ ਨਾਨਕੀ ਜੀ ਗੁਜਰੀ ਜੀ ਕਹਿੰਦੇ ਸਾਨੂੰ ਦੱਸਣਾ ਕਰ। ਦਰਸ਼ਨ ਕਰ ਤਿਆਗੇ ਕਿਹ ਸਮੈ। ਮੈਂ ਕਿਸ ਸਮੇਂ ਕਦੋਂ ਕਿਹੋ ਜੀ ਹਾਲਤ ਵਿੱਚ ਕਿਹੜੇ ਨਗਰ ਥਾਂ ਵਿੱਚ ਦਰਸ਼ਨ ਕੀਤੇ ਤੂੰ ਆਖਰੀ ਵਾਰਾਂ ਜਦੋਂ ਤਿਆਗ ਕੇ ਆਇਆ ਗੁਰਾਂ ਨੂੰ। ਜੁਗ ਮਾਤਾ ਸੁਤ ਢਿਗ ਹੋਏ ਤੀਨ। ਆ ਦੋਵੇਂ ਮਾਤਾਵਾਂ ਤੇ ਮਹਾਰਾਜ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਤਿੰਨੇ ਇੱਕ ਥਾਂ ਤੇ ਇਕੱਠੇ ਹੋ ਗਏ। ਸਿੱਖ ਨੇ ਸ਼ੋਰ ਪਰ ਸੰਗ ਕਹਿ ਦੀਨ। ਤੇ ਜਿਹੜਾ ਸਿੱਖ ਆਇਆ ਸੀ ਉਹਨੇ ਸ਼ੁਰੂ ਤੋਂ ਸਾਰੀ ਸਾਖੀ ਜਿਹੜੀ ਸੀ ਮਾਤਾਵਾਂ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਣਾ ਦਿੱਤੀ। ਜਿਮ ਕਸ਼ਮੀਰ ਬਿਪਰਗਨ ਆਏ। ਜਿਵੇਂ ਕਸ਼ਮੀਰ ਦੇ ਬਾਹਮਣ ਤੇ ਹੋਰ ਬਾਹਮਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆਨੰਦਪੁਰ ਸਾਹਿਬ ਆਏ ਪੰਡਤ। ਕਹਿਦੀ ਜਿਮ ਤੁਰ ਕੇਸ਼ ਤੇ ਪਠਾਏ। ਜਿਵੇਂ ਜ਼ਿੰਮੇਵਾਰੀ ਚੁੱਕੀ ਸਤਿਗੁਰਾਂ ਨੇ ਸਾਰੇ ਹਿੰਦੂਆਂ ਦੀ, ਤੇ ਜਿਵੇਂ ਦਿੱਲੀ ਦੇ ਔਰੰਗਜ਼ੇਬ ਪਾਤਸ਼ਾਹ ਨੇ ਆਪਣੇ ਅਹਿਦੀਏ ਗੁਰੂ ਤੇਗ ਬਹਾਦਰ ਸਾਹਿਬ ਵੱਲ ਭੇਜੇ, ਵੀ ਖਬਰ ਸਾਰੀ ਦੱਸ ਦਿੱਤੀ। ਸੈਫਾਬਾਦ ਚੁਮਾਸਾ ਫਿਰ ਬਾਸੇ। ਸੈਫਾਬਾਦ ਜਿਹੜਾ ਹੁਣ ਦਾ ਬਹਾਦਰਗੜ੍ਹ ਹੈ ਪਟਿਆਲੇ ਲਾਗੇ, ਇੱਥੇ ਜਿਵੇਂ ਸੌਣ ਭਾਦੋਂ ਦੇ ਮਹੀਨੇ 'ਚ ਗੁਰੂ ਸਾਹਿਬ ਰਹੇ, ਇਹ ਵੀ ਦੱਸਿਆ। ਫੌਜਤ ਫੌਜ ਫੇਰੀ ਚਾਹੋਂ ਪਾਸੇ। ਇਹ ਵੀ ਦੱਸਿਆ ਮਾਤਾ ਜੀ ਮਹਾਰਾਜ ਜਿੰਨਾ ਚਿਰ ਸੈਫਾਬਾਦ ਰਹੇ, 4 ਸਫੇਰੇ ਔਰੰਗਜ਼ੇਬ ਦੀਆਂ ਫੌਜਾਂ ਲੱਭਦੀਆਂ ਰਹੀਆਂ ਗੁਰਾਂ ਨੂੰ। ਆਪ ਆਗਰੇ ਕੋ ਪੁਨ ਗਏ। ਫਿਰ ਆਪ ਹੀ ਮਹਾਰਾਜ ਇੱਥੋਂ ਚੱਲ ਕੇ ਆਗਰੇ ਸ਼ਹਿਰ ਵਿੱਚ ਚਲੇ ਗਏ। ਤੁਰਕਨ ਕੇ ਬਸ ਤੇ ਥਾਂ ਤੇ ਪਏ। ਉਹ ਆਗਰੇ ਵਿੱਚ ਜਾ ਕੇ ਤੁਰਕਾਂ ਦੇ ਵਸ ਹੋਏ, ਭਾਵ ਉੱਥੇ ਸਤਿਗੁਰਾਂ ਨੇ ਆਪਣੇ ਆਪ ਨੂੰ ਹਵਾਲੇ ਕਰ ਦਿੱਤਾ। ਤੁਰਕਾਂ ਦਾ ਰਾਜ ਨਾਸ਼ ਕਰਨ ਲਈ ਗ੍ਰਿਫਤਾਰੀ ਦੇ ਦਿੱਤੀ। ਦਿੱਲੀ ਤੇ ਬੜ ਚਮੂ ਚੜਾਈ। ਜਦੋਂ ਇਹ ਗੱਲ ਦਾ ਔਰੰਗਜ਼ੇਬ ਨੂੰ ਮਾਤਾ ਜੀ ਪਤਾ ਲੱਗਾ, ਉਹਨੇ 12,000 ਦੀ ਗਿਣਤੀ 'ਚ ਫੌਜ ਦਿੱਲੀ ਤੋਂ ਆਗਰੇ ਭੇਜੀ। ਅਦਕ ਸੁਚੇਤੀ ਕਰ ਲੈ ਆਈ। ਬਹੁਤ ਸਾਵਧਾਨਤਾ ਦੇ ਨਾਲ ਸਤਿਗੁਰੂ ਸਾਹਿਬ ਨੂੰ ਆਗਰੇ ਤੋਂ ਦਿੱਲੀ ਲੈ ਆਂਦਾ। ਮੁਖ ਪਰ ਸੰਗ ਮੁਝ ਸੰਗ ਬਖਾਨਾ। ਤੇ ਜਦੋਂ ਮਾਤਾ ਨੇ ਕਿਹਾ ਸੀ ਨਾ ਵੀ ਉਸ ਵੇਲੇ ਗੁਰੂ ਸਾਹਿਬ ਦੀ ਹਾਲਤ ਕੀ ਸੀ ਜਦੋਂ ਤੁਸੀਂ ਇਹ ਭਾਈ ਗੁਰਸਿੱਖਾ ਆਇਆ ਦਿੱਲੀ ਤਾਂ ਸਿੱਖ ਕਹਿੰਦਾ ਮਾਤਾ ਜੀ ਮਹਾਰਾਜ ਦਾ ਮੁਖ ਪ੍ਰਸੰਨਤਾ ਦੇ ਸਹਿਤ ਸੀ ਤੇ ਖੁਸ਼ ਹੋਇਆ ਨੇ ਗੁਰਾਂ ਨੇ ਮੈਨੂੰ ਇਹ ਬਚਨ ਕਿਹਾ ਮਗ ਮਹਿ ਮਿਲੋ ਜਾਏ ਕਿਸ ਥਾਨਾ। ਵੀ ਤੂੰ ਜਾ ਭਾਈ ਇੱਥੋਂ ਪਟਨੇ ਤੋਂ ਆਉਂਦੇ ਹੋਣਗੇ, ਜਿੱਥੇ ਕਿੱਥੇ ਵੀ ਰਾਹ ਵਿੱਚ ਤੈਨੂੰ ਮਾਤਾ ਸਾਡੇ ਮਹਿਲ ਸਾਡੇ ਸਾਹਿਬਜ਼ਾਦੇ ਦਾ ਮਿਲਾਪ ਹੋਵੇ। ਨਹੀਂ ਪੱਤਰ ਕਾ ਲਿਖਦੇ ਭਾਈ। ਚਿੱਠੀ ਨਹੀਂ ਉਸ ਵੇਲੇ ਕੋਈ ਲਿਖਣਾ ਕੀਤੀ ਮਹਾਰਾਜ ਨੇ, ਬਾਕਨ ਸਾਥ ਖਬਰ ਪਠ ਬਸ ਦਈ। ਜ਼ੁਬਾਨੀ ਕਲਾਮੀ ਮੇਰੇ ਰਾਹੀਂ ਤੁਹਾਡੇ ਤਾਈਂ ਇਹ ਖਬਰ ਭੇਜ ਦਿੱਤੀ। ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਸੁਨੇਹਾ ਭੇਜਿਆ। ਸਾਸੋ ਨੁਖਾ ਚਿੰਤ ਬਸ ਭਾਰੀ। ਆ ਜਦੋਂ ਮਹਾਰਾਜ ਸਾਹਿਬ ਜੀ ਦੇ ਇਹ ਸਾਰੀ ਹਾਲਤ ਮਾਤਾ ਨਾਨਕੀ ਤੇ ਮਾਤਾ ਗੁਜਰੀ ਜੀ ਨੇ ਸੁਣੀ ਹੈ, ਨੌ ਸੱਸ ਦੋਵੇਂ ਬਹੁਤ ਚਿੰਤਾ ਦੇ ਵਸ ਹੋ ਗਏ। ਪ੍ਰਭ ਕਹਾਂ ਕਰੀ ਗਤ ਨਿਆਈ। ਹੌਕਾ ਜਿਹਾ ਲੈ ਕੇ ਕਹਿਣ ਲੱਗੀਆਂ, ਹੇ ਪ੍ਰਭੂ ਜੀ ਇਹ ਕੀ ਵੱਖਰੀ ਹੀ ਤੁਸੀਂ ਹਾਲਤ ਕਰ ਦਿੱਤੀ, ਅਸੀਂ ਤੇ ਸੋਚਿਆ ਵੀ ਨਹੀਂ ਸੀ। ਬੜੀ ਖੁਸ਼ੀ ਨਾਲ ਆ ਰਹੇ ਸਾਂ ਵੀ ਤੁਹਾਡੇ ਚਰਨਾਂ 'ਚ ਆਨੰਦ ਮਾਣਾਂਗੇ। ਰਹੀ ਨਹਿ ਚਲਬੋ ਚਾਹ। ਆ ਉੱਥੇ ਹੀ ਸਾਧ ਸੰਗਤ ਸਰੀਰ ਨਾ ਠਹਿਰ ਹੀ ਗਿਆ ਮਾਤਾਵਾਂ ਦਾ। ਪਹਿਲਾਂ ਬੜਾ ਚਾਅ ਸੀ ਵੀ ਜਮਨਾ ਪਾਰ ਹੋ ਗਏ ਆ, ਬਸ ਹੁਣ ਪਹੁੰਚੇ ਹੀ ਆ ਆਨੰਦਪੁਰ, ਬਸ ਥੋੜਾ ਪੈਂਡਾ ਰਹਿ ਗਿਆ।
ਪਰ ਜਮਨਾ ਪਾਰ ਕਰਦਿਆਂ ਸਰੀਰ ਉੱਥੇ ਠਹਿਰ ਹੀ ਗਿਆ, ਜਿਵੇਂ ਜਾਮੀ ਗਿਆ ਹੋਵੇ, ਅੱਗੇ ਚੱਲਣ ਦੀ ਇੱਛਾ ਹੀ ਨਹੀਂ ਰਹੀ। ਮਨ ਬੁਢਿਓ ਬੜ ਕਸ਼ਟ ਪਰਵਾਹ, ਮਨ ਬੂਢਿਓ ਬੜ ਕਸ਼ਟ ਪ੍ਰਵਾਹ, ਕਹਿੰਦੇ ਵੀ ਦੁੱਖਾਂ ਦੇ ਬਹੁਤੇ ਡੂੰਘੇ ਪ੍ਰਵਾਹ ਵਿੱਚ ਮਨ ਡੋਬੀ ਗਿਆ, ਮਾਤਾ ਦਾ ਰੋੜੀ ਗਿਆ ਦੁੱਖਾਂ ਵਿੱਚ ਮਨ। ਹੁਣ ਸਿੱਖ ਕਹਿ ਬਹੁ ਬਿਦ ਸਮਝਾਈ, ਜਿਹੜਾ ਸਿੱਖ ਆਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਨੇਹਾ ਲੈ ਕੇ, ਉਹਨੇ ਮਾਤਾਵਾਂ ਦੀ ਹਾਲਤ ਵੇਖ ਕੇ ਬਹੁਤ ਪਿਆਰ ਨਾਲ ਕਹਿ ਕੇ ਸਮਝਾਇਆ, ਤੁਮ ਕੋ ਅਬ ਨਹਿ ਬਨ ਆਈ, ਇਹ ਮਾਤਾ ਜੀ ਤੁਹਾਨੂੰ ਏਦਾਂ ਹੁਣ ਦੁੱਖ ਮਨਾਉਣਾ ਬਣ ਨਹੀਂ ਆਉਂਦਾ, ਤੁਸੀਂ ਗੁਰੂ ਸਾਹਿਬ ਦੇ ਮਾਤਾ ਜੀ ਹੋ, ਤੁਸੀਂ ਗੁਰੂ ਸਾਹਿਬ ਦੇ ਮਹਿਲ ਹੋ। ਗੁਰੂ ਆਪ ਹੀ ਕਾਰਨ ਕੀਨ, ਇਹ ਕਿਸੇ ਕਾਰਨ ਬਾਦਸ਼ਾਹ ਦਾ ਜ਼ੋਰ ਥੋੜਾ ਚੱਲਿਆ ਹੈ, ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਹੀ ਕੋਈ ਕਾਰਨ ਬਹਾਨਾ ਬਣਾਇਆ ਉਹਨਾਂ ਦੀਆਂ ਜੜ੍ਹਾਂ ਪੱਟਣ ਵਾਸਤੇ, ਹਿੰਦੂਆਂ ਦਾ ਧਰਮ ਰੱਖਣ ਲਈ। ਤੁਮ ਕੋ ਹੁਕਮ ਜਥਾ ਬਿਦ ਦੀਨ, ਤੇ ਜਿਵੇਂ ਤੁਹਾਨੂੰ ਹੁਕਮ ਸੀ ਮਹਾਰਾਜ ਸਾਹਿਬ ਦਾ, ਉਹ ਮੈਂ ਤੁਹਾਨੂੰ ਆ ਕੇ ਦੱਸ ਦਿੱਤਾ ਵੀ ਲਖਨੌਰ ਚਲੇ ਜਾਓ। ਕਰਹੁ ਅਤਾਇਲ ਬਿਲਮ ਨ ਲਾਭ, ਹੁਣ ਦੇਰ ਨਾ ਲਾਓ ਮਾਤਾ ਜੀ, ਛੇਤੀ ਹੀ ਇੱਥੋਂ ਲਖਨੌਰ ਵੱਲ ਅੰਬਾਲੇ ਵੱਲ ਨੂੰ ਚਾਲਾ ਪਾ ਦਿਓ। ਪਹੁੰਚੋ ਤਿਸੀ ਗ੍ਰਾਮ ਥਿਰ ਤਾਵ, ਉਸ ਨਗਰ ਦੇ ਵਿੱਚ ਪਹੁੰਚ ਕੇ ਤੁਸੀਂ ਕੁਝ ਸਮਾਂ ਟਿਕ ਜਾਵੋ। ਸਾਹਿਬ ਜ਼ਾਦੇ ਕੋ ਪ੍ਰਤਪਾਲ, ਉਥੇ ਗੁਰਾਂ ਦਾ ਹੁਕਮ ਹੈ ਵੀ ਸਾਹਿਬਜ਼ਾਦੇ ਦੀ ਹਰ ਤਰ੍ਹਾਂ ਕਰ ਪ੍ਰਤਪਾਲਣਾ ਕਰਨੀ ਹੈ। ਗੁਰ ਸਰੂਪ ਨਿਤ ਇਨਹ ਨਿਹਾਰ, ਇਹਨਾਂ ਨੂੰ ਗੁਰੂ ਸਰੂਪ ਕਰਕੇ ਹੀ ਮਹਾਰਾਜ ਨੇ ਕਿਹਾ ਸੀ ਵੇਖਣਾ ਹੈ ਵੀ ਕੇਵਲ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਬੱਚਾ, ਆਪਣਾ ਪੁੱਤਰ ਪੋਤਰਾ ਨਾ ਸਮਝਿਓ, ਇਹ ਸਮਝੋ ਵੀ ਆਉਣ ਵਾਲੇ 10ਵੇਂ ਸਰੂਪ ਗੁਰੂ ਹਨ। ਬਹੁਤ ਬਾਰਤਾ ਗੀਤ ਬਖਾਨੀ, ਤੇ ਬਹੁਤ ਵਾਰ ਤਾਗੀਦ ਬਖਾਨੀ ਵੀ ਮਾਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਵਾਰ-ਵਾਰ ਇਹ ਤਾਗੀਦ ਪੱਕਿਆਂ ਕੀਤਾ ਮੈਨੂੰ ਤੁਹਾਨੂੰ ਕਹਿਣ ਵਾਸਤੇ। ਕਰੇ ਨ ਚਿੰਤਾ ਸ਼ੌਕ ਮਹਾਨੀ, ਉਹ ਇਹ ਸੀ ਵੀ ਮਾਤਾਵਾਂ ਨੂੰ ਕਹਿਓ, ਸਾਡੇ ਮਾਤਾ ਜੀ ਨੂੰ ਤੇ ਮਹਿਲਾ ਨੂੰ ਵੀ ਚਿੰਤਾ ਦੇ ਸ਼ੋਕ ਬਿਲਕੁਲ ਹੀ ਨਹੀਂ ਕਰਨਾ ਕੋਈ। ਸੋ ਸਿੱਖ ਲੈ ਕੇ ਸੰਗ ਪਿਆਨੇ, ਸੋ ਇਸ ਤਰ੍ਹਾਂ ਜਦੋਂ ਮਾਤਾ ਜੀ ਨੂੰ ਕਿਹਾ, ਉਹੀ ਸਿੱਖ ਜਿਹੜਾ ਆਇਆ ਸੀ ਉਹ ਨਾਲ ਹੀ ਲੈ ਕੇ ਤੁਰ ਪਿਆ। ਪੰਥ ਉਲੰਘ ਪਹੁੰਚ ਤਿਸ ਥਾਨੇ, ਜਮਨਾ ਦੇ ਨੇੜੇ ਤੋਂ ਪਹੁੰਚ ਕੇ ਲਖਨੌਰ ਜਦੋਂ ਜਿਸ ਨਗਰ ਵਿੱਚ ਜਾਣ ਲਈ ਗੁਰੂ ਸਾਹਿਬ ਨੇ ਕਿਹਾ, ਮਹਾਰਾਜ ਆਪਣੇ ਨਾਨਕੇ ਨਗਰ ਪਹੁੰਚ ਗਏ। ਤਿਸ ਮਸੰਦ ਕਰ ਉਤਰੇ ਉੱਥੇ ਜਾ ਕੇ ਜੇਠੇ ਨਾਂ ਦੇ ਮਸੰਦ ਦੇ ਘਰ ਵਿੱਚ ਉਤਾਰਾ ਕੀਤਾ। ਆਨੰਦਪੁਰ ਸਭ ਵਸਤ ਪਠਾਈ, ਬਾਕੀ ਜਿਹੜਾ ਵਹੀਰ ਸੀ ਜਿਵੇਂ ਰਸਦਾਂ ਬਸਦਾਂ ਹੋਰ ਗੁਰਸਿੱਖ ਦਾਸ, ਉਹ ਸਾਰੇ ਹੀ ਮਾਮਾ ਕਿਰਪਾਲ ਚੰਦ ਜੀ ਦੀ ਅਗਵਾਈ 'ਚ ਆਨੰਦਪੁਰ ਭੇਜ ਦਿੱਤੇ ਵੀ ਤੁਸੀਂ ਜਾਓ ਉੱਥੇ। ਵਾਹਨ ਆਦ ਸਕਲ ਲੈ ਨਾਲ, ਜਿੰਨੇ ਵੀ ਵਾਹਨ ਸਨ, ਕੋਈ ਰਾਸ ਕੋਈ ਗੱਡੇ ਆਦਿ ਕੋ ਵੀ ਨਾਲ ਹੀ ਲੈ ਕਰਕੇ। ਗਮਨਿਓ ਗੁਰ ਮਾਤਲ ਜੋ ਕਿਰਪਾਲ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਮਾਮਾ ਬਾਬਾ ਕਿਰਪਾਲ ਚੰਦ ਜੀ ਹੈ, ਉਹ ਸਾਰਾ ਹੀ ਵਹੀਰ ਲੈ ਕੇ ਆਨੰਦਪੁਰ ਸਾਹਿਬ ਨੂੰ ਚਲੇ ਗਏ। ਸ੍ਰੀ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਇਹ ਲਖਨੌਰ ਚਲੇ ਗਏ ਉਹ ਸੇਵਕ ਨਾਲ। ਸਾਸ ਨੁਖਾ ਦੋਨੋਂ ਤਬ ਰਹੀ, ਕਹਿੰਦੇ ਵੀ ਦੋਵੇਂ ਸੱਸ ਨੌ ਮਾਤਾ ਨਾਨਕੀ ਤੇ ਗੁਜਰੀ ਜੀ ਸਾਹਿਬਜ਼ਾਦੇ ਨੂੰ ਲੈ ਕੇ ਫਿਰ ਲਖਨੌਰ ਹੀ ਰਹੇ ਹਨ। ਸੁਤ ਜੁਤ ਜਿਮ ਜਾਨ ਹੈ ਕੋ ਨਹੀਂ, ਜਿਵੇਂ ਕੋਈ ਜਾਣੇ ਨਾ, ਕਿਸੇ ਨੂੰ ਬਹੁਤਾ ਤੁਰਕਾਂ ਨੂੰ ਪਤਾ ਨਾ ਲੱਗੇ ਵੀ ਗੁਰਾਂ ਦਾ ਪਰਿਵਾਰ ਇੱਥੇ ਹੈ। ਪਗ ਬੰਧਨ ਜੇਠਾ ਕਰ ਪ੍ਰੀਤ, ਜੇਠਾ ਜਿਹੜਾ ਮਸੰਦ ਸੀ ਬਹੁਤ ਪ੍ਰੇਮੀ ਨਿਕਲਿਆ, ਮਹਾਰਾਜ ਸਾਹਿਬ ਦੇ ਪਰਿਵਾਰ ਨੂੰ ਨਮਸਕਾਰਾਂ ਕੀਤੀਆਂ, ਬੜਾ ਪਿਆਰ ਕੀਤਾ। ਸੇਵਤ ਸਰਬ ਰੀਤ ਘਰ ਨੀਤ, ਸਰਬ ਤਰ੍ਹਾਂ ਕਰਕੇ ਸੇਵਾ ਕਰਦਾ ਹੈ ਹਰ ਰੋਜ਼ ਹੀ ਘਰ ਵਿੱਚ। ਨਹਿ ਕੋ ਜਾਣ ਸਕਿਓ ਇਤ ਦੇਸ਼, ਕਹਿੰਦੇ ਇਸ ਦੇਸ਼ ਦੇ ਵਿੱਚ ਲਖਨੌਰ ਅੰਬਾਲੇ ਦੇ ਇਲਾਕੇ 'ਚ ਕੋਈ ਜਾਣ ਹੀ ਨਹੀਂ ਸਕਿਆ ਵੀ ਕੌਣ ਆਏ ਹਨ ਇੱਥੇ। ਮਿਲ ਬਾਲਨ ਮਹਿ ਖਿਲਤ ਹਮੇਸ਼, ਬਾਲਕਾਂ ਨਾਲ ਮਿਲ ਕੇ ਮਹਾਰਾਜ ਸਾਹਿਬ ਜਿਵੇਂ ਪਟਨੇ 'ਚ ਖੇਡਦੇ ਸਨ, ਐਵੇਂ ਲਖਨੌਰ ਵਿੱਚ ਵੀ ਹਾਣੀਆਂ ਨਾਲ ਖੇਡਾਂ ਕਰਨ ਲੱਗ ਪਏ। ਦਿਨ ਪ੍ਰਤ ਵਧੇ ਸਰੀਰ ਵਿਸਾਲ, ਜਿਵੇਂ ਜਿਵੇਂ ਦਿਨ ਅੱਗੇ ਲੰਘਦੇ ਨੇ ਮਹਾਰਾਜ ਦਾ ਸਰੀਰ ਵੀ ਵਿਸਾਲ ਵੱਡਾ ਹੁੰਦਾ ਜਾ ਰਿਹਾ, ਵੱਧਦਾ ਜਾ ਰਿਹਾ ਏ। ਸੰਤਰਨ ਘਨੇ ਕਰਨ ਜੋ ਘਲ, ਜਿਨ੍ਹਾਂ ਸਤਿਗੁਰਾਂ ਨੇ ਕਹਿੰਦੇ ਵੀ ਬਹੁਤ ਜ਼ਿਆਦੇ ਸ਼ਤਰੂਆਂ ਦੇ ਨਾਲ
ਸ਼ਤਰੂਆਂ ਦੇ ਮਾਨੋ ਵੀ ਘਰ ਹੀ ਨਾਸ ਹੋਣਗੇ। ਜਿਹੜੇ ਦੁਸ਼ਟਤਾਈ ਕਰਦੇ ਨੇ, ਦੁਨੀਆ ਨੂੰ ਤੰਗ ਕਰਦੇ ਨੇ, ਉਹਨਾਂ ਦੇ ਘਰਾਂ ਨੂੰ ਨਾਸ ਕਰਨ ਵਾਲੇ ਸਤਿਗੁਰਾਂ ਦਾ ਸਰੀਰ ਬਲੀ ਹੋ ਰਿਹਾ ਏ। ਔਰ ਕਥਾ ਬਸ ਬੇ ਲਖਨੌਰ। ਭਾਈ ਸੰਤੋਖ ਸਿੰਘ ਜੀ ਕਹਿੰਦੇ ਤੋਂ ਅੱਗੇ ਜਿਵੇਂ ਲਖਨੌਰ ਵਿੱਚ ਸਤਿਗੁਰਾਂ ਨੇ ਕੁਝ ਖੇਡਾਂ ਕੀਤੀਆਂ, ਉਹ ਜਿਹੜੀ ਹੋਰ ਅੱਗੇ ਕਥਾ ਆਵੇਗੀ। ਕਹਾਂ ਫੇਰ ਜਹ ਅਵਸਰ ਠੌਰ। ਜਿੱਥੇ ਫੇਰ ਕਹਿੰਦੇ ਮੈਨੂੰ ਠੀਕ ਜਿਹਾ ਲੱਗਾ ਨਾ ਮੌਕਾ ਵੇਖ ਕੇ, ਉਹ ਅਗਲੀ ਕਥਾ ਮੈਂ ਮਹਾਰਾਜ ਸਾਹਿਬ ਦੀ ਲਖਨੌਰ ਦੀ ਫੇਰ ਕਹਾਂਗਾ। ਅਬ ਦਿੱਲੀ ਮਹਿ ਗੁਰ ਕੀ ਕਥਾ। ਹੁਣ ਕਹਿੰਦਾ ਵੀ ਜਿਵੇਂ ਗੁਰੂ ਸਾਹਿਬ ਜੀ ਦਿੱਲੀ ਦੇ ਵਿੱਚ ਭੂਤ ਬੰਗਲੇ ਵਿੱਚ ਮਹਾਰਾਜ ਨੂੰ ਭੂਤ ਹਵੇਲੀ 'ਚ ਕੈਦ ਕੀਤਾ, ਉਹ ਜਿਵੇਂ ਉੱਥੇ ਨਾਵੇਂ ਸਤਿਗੁਰਾਂ ਦੀ ਕਥਾ ਹੋਈ। ਸੁਨੋ ਗੁਰੂ ਸਿੱਖ ਬਰਨੋ ਜਥਾ। ਇਹ ਗੁਰਸਿੱਖ ਪਿਆਰਿਓ, ਹੁਣ ਦਿੱਲੀ ਵਿੱਚ ਗੁਰੂ ਸਾਹਿਬ ਜਿੱਥੇ ਕੈਦ ਵਿੱਚ ਹਨ ਔਰੰਗਜ਼ੇਬ ਦੀ, ਜਿਵੇਂ ਉੱਥੇ ਮਹਾਰਾਜ ਨੇ ਕੌਤਕ ਕੀਤੇ, ਉਹ ਕਥਾ ਸੁਣਨਾ ਕਰੋ। ਸੈਨ ਸਮੇਤ ਜਬਿਹ ਚਲ ਆਏ। ਜਦੋਂ ਮਹਾਰਾਜ 12,000 ਫੌਜ ਦੀ ਸਮੇਤ ਉਹਨਾਂ ਦੇ ਸਖਤ ਪਹਿਰੇ 'ਚ ਦਿੱਲੀ ਚੱਲ ਕੇ ਆ ਗਏ। ਦੇਖਣ ਹੇਤ ਬਰਿੰਦ ਉਮੰਡਾਏ। ਦਿੱਲੀ ਵਿੱਚ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੈ ਕੇ ਆ ਰਹੇ ਨੇ। ਸਤਿਗੁਰਾਂ ਨੂੰ ਵੇਖਣ ਵਾਸਤੇ ਉਮੜ ਕੇ ਲੋਕ ਬਹੁਤ ਸਾਰੇ ਆਣ ਪਹੁੰਚੇ ਹਨ। ਸੋ ਇਸ ਤਰ੍ਹਾਂ ਇਸ ਤੋਂ ਅਗਲੀ ਜਿਹੜੀ ਕਥਾ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਆਪਾਂ ਪਿੱਛੇ ਸਰਵਣ ਕਰ ਆਏ ਗੁਰਾਂ ਦੀ ਵੀ ਦਿੱਲੀ ਪਹੁੰਚੇ ਹਨ, ਉਹ ਕਥਾ ਕਵੀ ਜੀ ਇੱਥੇ ਕਹਿਣਗੇ। ਕਹਿੰਦੇ ਫਿਰ ਵਿੱਚੋਂ ਜਦੋਂ ਠੀਕ ਲੱਗਾ ਜਿੱਥੋਂ ਉਥੋਂ ਨਾਲ ਦੀ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਬਾਲ ਲੀਲਾ ਦੇ ਲਖਨੌਰ ਦੇ ਪ੍ਰਸੰਗ ਜਿਹੜੇ ਹਨ, ਉਹ ਵੀ ਆਪ ਸੰਗਤਾਂ ਨੂੰ ਕਹਿੰਦੇ ਵੀ ਕਹਿ ਸੁਣਾਵਾਂਗੇ। ਇਵੇਂ ਗਰੀਬ ਨਵਾਜ਼ ਪਟਨੇ ਤੋਂ ਚੱਲਦਿਆਂ ਹੋਇਆਂ ਤਕਰੀਬਨ ਲਗਭਗ ਪੰਜਾਬ ਦੇ ਇਲਾਕੇ 'ਚ ਹੀ ਪਹੁੰਚ ਗਏ। ਪੰਜਾਬ ਦਾ ਹੀ ਹਿੱਸਾ ਸੀ ਲਖਨੌਰ ਵੀ ਉਸ ਸਮੇਂ, ਸਾਰਾ ਹਰਿਆਣਾ, ਜਮਨਾ ਤੀਕਰ ਹੀ ਪੰਜਾਬ ਦੀ ਹੱਦ ਸੀ। ਇਹ ਤੋਂ ਅੱਗੇ ਆਨੰਦਪੁਰ ਜਾਣ ਤੋਂ ਮਹਾਰਾਜ ਨੂੰ ਹਾਲਾ ਮਨਾ ਕੀਤਾ ਹੈ। ਫਿਰ ਜਿਵੇਂ ਆਨੰਦਪੁਰ ਜਾਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਹੇਤ ਜਿਵੇਂ ਸਾਕਾ ਵਰਤਾਉਂਦੇ, ਉਹ ਸਾਰੀ ਕਥਾ ਪਾਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਜੀਵਨ ਦੇ ਵਿੱਚੋਂ ਇਤਿਹਾਸ ਦੀ ਕਥਾ ਕਹਿੰਦਿਆਂ ਸੁਣਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਮਹਾਰਾਜ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਲਓ ਗੁਰਾਂ ਦੀਆਂ ਖੁਸ਼ੀਆਂ ਸਾਰੇ ਹੀ ਆਖੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਬ ਦਿੱਲੀ ਮਹਿ ਗੁਰ ਕੀ ਕਥਾ ਸੁਨੋ ਗੁਰੂ ਸਿੱਖ ਬਰਨੋ ਜਥਾ ਸੈਨ ਸਮੇਤ ਜਬੇ ਚਲ ਆਏ ਦੇਖਨ ਹੇਤ ਬ੍ਰਿੰਦ ਉਮੜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਤਾਰ ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹਿ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਦਾ ਕਰ ਸੇਵੰਦ ਵਾਹਿਗੁਰੂ ਪਾਰੇ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਦਾ ਕਰ ਸੇਵੰਦ ਵਾਹਿਗੁਰੂ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ